ਸਿਰ ਕੰਪਿਓ ਪਗ ਡਗਮਗੇ, ਨੈਣ ਜੋਤ ਤੇ ਹੀਨਾ। ਫਿਰ ਸਤਿਗੁਰੂ ਜੀ ਰਹਿਮ ਕਰਕੇ ਸਾਨੂੰ ਕਲਯੁਗ ਜੀਵਾਂ ਨੂੰ ਬਿਰਧ ਅਵਸਥਾ ਦੀ ਹਾਲਾਤ ਜਿਹੜੀ ਹੈ ਉਸ ਦਾ ਜਿਹੜਾ ਹੈ ਨਕਸ਼ਾ ਖਿੱਚ ਰਹੇ ਨੇ, ਉਪਦੇਸ਼ ਦੇ ਰਹੇ ਨੇ। ਭਾਈ ਬਚਪਨ ਵਿੱਚ ਪਰਮਾਤਮਾ ਦਾ ਨਾਮ ਜਪ ਲੈ, ਜਵਾਨੀ ਵਿੱਚ ਤੂੰ ਪਰਮਾਤਮਾ ਦਾ ਨਾਮ ਜਪ ਲੈ, ਹੰਕਾਰ ਨਾ ਧਾਰਨ ਕਰ, ਤੇਰੇ ਵਿੱਚ ਤਾਕਤ ਹੈ, ਸ਼ਕਤੀ ਹੈ, ਨਵਾਂ ਖੂਨ ਹੈ, ਸੇਵਾ ਸਿਮਰਨ ਵਿੱਚ ਲਗਾ ਲੈ। ਬੁਢਾਪਾ ਜਦੋਂ ਆ ਗਿਆ, ਬੁਢਾਪੇ ਦੀ ਵੀ ਅਖੀਰਲੀ ਅਵਸਥਾ ਆ ਗਈ, ਬਹੁਤ ਹੀ ਜ਼ਿਆਦਾ ਜਿਹੜਾ ਹੈਗਾ ਬੁੱਢਾ ਹੋ ਗਿਆ, ਸਰੀਰ ਦੀ ਸ਼ਕਤੀ ਖਤਮ ਹੋ ਗਈ, ਸਿਰ ਕੰਪਿਓ ਪਗ ਡਗਮਗੈ, ਸਿਰ ਕੰਬਦਾ ਹੈ, ਆਪਣਾ ਸਿਰ ਕੰਪਿਓ ਠਹਿਜਲ ਜਾ ਹੋ ਜਾਂਦਾ ਬੰਦਾ, ਪਗ ਡਗਮਗੈ, ਪਗ ਪੈਰ ਜਿਹੜਾ ਹੈ ਆਪਣਾ ਡਗਮਗਾਉਂਦੇ ਨੇ। ਪੱਗ ਇੱਥੇ ਪੱਗ ਨੂੰ ਨਹੀਂ ਕਹਿੰਦੇ, ਦਸਤਾਰ ਨੂੰ ਨਹੀਂ ਕਹਿੰਦੇ, ਟਰਬਨ ਨੂੰ ਨਹੀਂ ਕਹਿੰਦੇ, ਪੱਗ ਹੈ ਦਾ ਨਾਮ ਹੈ ਪੈਰ ਦਾ ਕਦਮ, ਜਿਹੜੇ ਹਨ ਪੈਰ ਕਿਤੇ ਰੱਖਦਾ, ਰੱਖੇ ਤੇ ਹੁੰਦਾ। ਬੁਢਾਪੇ 'ਚ ਇਹ ਹਾਲਤ ਹੋ ਜਾਂਦੀ ਹੈ। ਗੁਰਦੇਵ ਫਰਮਾਉਂਦੇ ਹਨ ਬੁਢਾਪੇ ਦਾ ਜਿਹੜੇ ਹੈ ਗੁਰੂ ਮਹਾਰਾਜ ਜੀ ਵਰਣਨ ਕਰਦੇ ਨੇ ਅਵਸਥਾ ਕਿਹੋ ਜਿਹੀ ਹੈ। ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਜਿਹੜੀਆਂ ਅੱਖਾਂ ਨੂੰ ਜੋਤ ਤੋਂ ਹੀਨ ਹੋ ਜਾਂਦੀਆਂ ਹਨ, ਨਿਗਾਹ ਘਟ ਜਾਂਦੀ ਹੈ। ਆਪਰੇਸ਼ਨ ਵੀ ਕਰਾਉਂਦੇ ਹਾਂ, ਨੇੜੇ ਖੜੀ ਚੀਜ਼ ਨਹੀਂ ਦਿਖਦੀ ਹੈ, ਪਛਾਣ ਨਹੀਂ ਸਕਦਾ ਦੂਸਰੇ ਬੰਦਿਆਂ ਨੂੰ। ਇਹ ਹਾਲਤ ਹੋ ਜਾਂਦੀ ਆ ਬੁਢਾਪੇ ਦੇ ਵਿੱਚ। ਕਹੋ ਨਾਨਕ ਇਹ ਬਿਧ ਭਈ, ਤਉ ਨਾ ਹਰ ਰਸ ਲੀਨਾ। ਦੇਖੋ ਇਹ ਹਾਲਤ ਹੋ ਗਈ ਹੈ ਬੰਦੇ ਦੀ, ਸਿਰ ਕੰਬ ਰਿਹਾ, ਸਿਰ ਕੰਪਿਓ ਪਗ ਡਗਮਗੈ, ਪੈਰ ਲੜ ਖੜਾਉਂਦੇ ਨੇ, ਨੈਣ ਜੋਤ ਤੇ ਹੀਨ, ਕੰਨਾਂ ਤੋਂ ਉੱਚੀ ਸੁਣਦਾ ਹੈ, ਅੱਖਾਂ ਤੋਂ ਦਿਖਦਾ ਨਹੀਂ ਹੈ, ਘਟ ਗਈ ਹੈ ਨਜ਼ਰ। ਇਹ ਹਾਲਤ ਹੋ ਗਈ ਹੈ। ਅਜੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਦਾ ਹੈ, ਅਜੇ ਵੀ ਪਰਮਾਤਮਾ ਦੇ ਰਸ ਨੂੰ ਨਹੀਂ ਲੈਂਦਾ ਹੈ, ਅਜੇ ਵੀ ਹੋਰ ਖਾਣਾ ਪੀਣਾ, ਅਜੇ ਵੀ ਹੋਰ ਦੁਨੀਆ ਨੂੰ ਦੇਖਣਾ, ਅਜੇ ਵੀ ਹੋਰ ਰਸਾਂ ਦੇ ਵਿੱਚ ਪਿਆ ਹੈ। ਤਉ ਨਾ ਹਰ ਰਸ ਲੀਨ, ਅਜੇ ਵੀ ਹਰੀ ਰਸ ਦੇ ਵਿੱਚ ਲੀਨ ਨਹੀਂ ਹੋਇਆ, ਅਜੇ ਵੀ ਹਰੀ ਰਸ ਨਹੀਂ ਚਾਹੁੰਦਾ, ਅਜੇ ਵੀ ਮੰਗਦਾ ਨਹੀਂ ਹੈ, ਬੇਨਤੀਆਂ ਨਹੀਂ ਕਰਦਾ ਹੈ। ਤਉ ਨਾ ਹਰ ਕਹੋ ਨਾਨਕੇ ਬਿਧ ਪਈ, ਤਉ ਨਾ ਹਰ ਰਸ ਲੀਨ। ਇਹ ਹਾਲਤ ਹੋ ਗਈ ਹੈ। ਬੁਢਾਪਾ ਆ ਗਿਆ, ਦੁਨੀਆ ਤੋਂ ਜਾਣ ਦਾ ਸਮਾਂ ਵੀ ਆ ਗਿਆ, ਅਜੇ ਵੀ ਪਰਮਾਤਮਾ ਦੇ ਨਾਮ ਦੇ ਨਾਲ ਨਹੀਂ ਜੁੜਿਆ, ਪਰਮਾਤਮਾ ਦੇ ਨਾਮ ਦੇ ਰਸ ਨੂੰ ਨਹੀਂ ਪੀਂਦਾ। ਅਜੇ ਵੀ ਜਿਹੜਾ ਹੈ ਚਲੋ ਕਹਿੰਦਾ ਹੱਡੀਆਂ ਨਹੀਂ ਖਾ ਹੁੰਦੀਆਂ ਤਾਂ ਤਰੀ ਜੋ ਪੀ ਲਾਂਗੇ। ਇਹ ਹਾਲਤ ਇਨਸਾਨ ਦੀ ਬਣੀ ਹੋਈ ਹੈ। ਅਜੇ ਵੀ ਜੀਵ ਦਾ ਰਸ ਨਹੀਂ ਛੱਡਦਾ ਹੈ, ਅਜੇ ਵੀ ਕਹਿੰਦਾ ਵੀ ਆਹ ਚੀਜ਼ ਨਹੀਂ ਖਾਉਂਦੀ, ਚਲੋ ਮੈਂ ਮਾਸ ਨਹੀਂ ਖਾ ਸਕਦਾ, ਮੈਂ ਮਾਸ ਦੀ ਤਰੀਓ ਪੀ ਜੂੰਗਾ। ਇਹੋ ਜਿਹੀ ਹਾਲਤ ਹੋਈ ਹੈ ਇਨਸਾਨ ਦੀ। ਅਜੇ ਵੀ ਜਿਹੜਾ ਇਹਦਾ ਮਨ ਹੈ ਵਿਕਾਰਾਂ ਦੇ ਵਿੱਚੋਂ ਨਿਕਲਦਾ ਹੈ, ਅਜੇ ਵੀ ਬੁਰੇ ਕੰਮਾਂ 'ਚੋਂ ਮਨ ਨਹੀਂ ਨਿਕਲਿਆ, ਅਜੇ ਵੀ ਖਾਣ ਪੀਣ ਦੇ ਰਸ, ਇਹ 'ਚ ਮਿੱਠਾ ਘੱਟ ਹੈ, ਇਹ 'ਚ ਫਲਾਣਾ ਹੈ, ਅਜੇ ਵੀ ਜ਼ੁਬਾਨ ਦੇ ਰਸਾਂ ਵਿੱਚ ਪਿਆ, ਅਜੇ ਵੀ ਹੋਰ ਵੀ ਸੁਣਨਾ ਚਾਹੁੰਦਾ ਕੰਨ ਰਸ, ਅਜੇ ਨਿੰਦਿਆ ਸੁਣਨੀ ਚਾਹੁੰਦਾ, ਅਜੇ ਹੋਰ ਅੱਖਾਂ ਦੇ ਨਾਲ ਪਰ ਜਿਹੜਾ ਹੈਗਾ ਹੋਰ ਦੁਨੀਆ ਨੂੰ ਦੇਖਣਾ ਚਾਹੁੰਦਾ ਹੈ। ਅੱਖੀਂ ਵੇਖਣਾ ਰੱਜੀਆਂ ਬਹੁ ਰੰਗ ਤਮਾਸੇ। ਅਜੇ ਵੀ ਜਿਹੜਾ ਹੈ ਪਰਮਾਤਮਾ ਨੂੰ ਨਹੀਂ ਦੇਖਣ ਦੀ ਉਪਰਾਲਾ ਕਰਦਾ, ਗੁਰੂ ਨੂੰ ਦੇਖਾਂ, ਮੈਂ ਗੁਰੂ ਦੇ ਦਰਸ਼ਨ ਕਰਾਂ, ਸੰਗਤ ਦੇ ਦਰਸ਼ਨ ਕਰਾਂ, ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਾਂ। ਇਸ ਵਾਸਤੇ ਅੱਖਾਂ ਮੰਗ ਕਿ ਮੈਂ ਗੁਰੂ ਨੂੰ ਦੇਖ ਸਕਾਂ, ਪਰਮਾਤਮਾ ਨੂੰ ਦੇਖ ਸਕਾਂ, ਗੁਰੂ ਦੇ ਪਿਆਰਿਆਂ ਨੂੰ ਦੇਖ ਸਕਾਂ, ਕੰਨਾਂ ਦੇ ਨਾਲ ਗੁਰੂ ਦੀ ਬਾਣੀ ਸੁਣ ਸਕਾਂ। ਪਰੰਤੂ ਤਾਂ ਦੁਨੀਆ ਦੇ ਰਸ ਚਾਹੁੰਦਾ, ਅਜੇ ਵੀ ਨਿੰਦਿਆ ਦਾ ਰਸ ਚਾਹੁੰਦਾ, ਅਤੇ ਅਜੇ ਵੀ ਜਿਹੜਾ ਹੈਗਾ ਇਹਨਾਂ ਰਸਾਂ ਦੇ ਵਿੱਚ ਪਿਆ। ਤਾਂ ਉਹ ਨਾ ਹਰ ਅਸਰੀਨ, ਅਜੇ ਵੀ ਨਾਮ ਦਾ ਰਸ ਨਹੀਂ ਪੀਂਦਾ, ਨਾਮ ਦਾ ਰਸ ਨਹੀਂ ਲੈਂਦਾ। ਇਹ ਹਾਲਤ ਇਹੋ ਜਿਹੀ ਹੋ ਗਈ ਹੈ ਇਨਸਾਨ ਦੀ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੇ। ਸਤਿਗੁਰੂ ਜੀ ਫਰਮਾਉਂਦੇ ਹਨ, ਹੇ ਭਾਈ ਨਿਜ ਕਰ ਦੇਖਿਓ ਜਗਤ ਮੈਂ, ਆਪ ਜਿਹੜਾ ਹੈ ਇਹ ਜਗਤ ਨੂੰ ਦੇਖਿਆ ਹੈ, ਪਰਖ ਕੇ ਦੇਖਿਆ ਹੈ। ਪਰਖ ਕੇ ਜਾਂ ਦੇਖ ਲਓ, ਨਿਜ ਕਰ ਦੇਖੋ ਜਗਤ ਮੈਂ, ਕੋ ਕਾਹੂ ਕੋ ਨਾਹੀ, ਕੋਈ ਕਿਸੇ ਦਾ ਨਹੀਂ ਹੈ ਭਾਈ, ਸਭ ਸੁੱਖਾਂ ਦੇ ਸੰਗੀ ਨੇ। ਆਪਾਂ ਪਰਖ ਕੇ ਦੇਖਦੇ ਹਾਂ, ਇੱਕ ਧੋਖਾ ਦੇ ਜਾਂਦਾ, ਫਿਰ ਦੂਸਰੇ ਨੂੰ ਬਣਾਉਂਦੇ ਆ, ਫਿਰ ਦੂਸਰਾ ਧੋਖਾ ਦੇ ਤੀਸਰੇ ਨੂੰ ਬਣਾਉਂਦੇ ਆ, ਬਣਾਈ ਜਾਂਦੇ ਆ। ਬਈ ਜਿਹਨੂੰ ਵੀ ਆਪਣਾ ਬਣਾਉਂਦੇ ਆ, ਆਪਣਾ ਨਹੀਂ ਬਣਦਾ। ਤੂੰ ਗੁਰੂ ਨੂੰ ਆਪਣਾ ਬਣਾ, ਤੂੰ ਰੱਬ ਦੇ ਪਿਆਰੇ ਨੂੰ ਆਪਣਾ ਬਣਾ, ਤੂੰ ਪਰਮਾਤਮਾ ਨੂੰ ਆਪਣਾ ਬਣਾ। ਉਹ ਬਣਾਉਂਦਾ ਨਹੀਂ ਹੈ। ਜਿਹੜੇ ਸੱਚੇ ਨੇ ਨਾਨਕ ਕਚੜਿਆਂ ਸੂ ਤੋੜ, ਢੂੰਡ ਸੱਜਣ ਸੰਤ ਪੱਕਿਆਂ, ਉਹ ਜਵਿੰਦੇ ਵਿਛੜਿਓ ਮੋਇਆ ਨਾ ਜਾਈ ਛੋੜ। ਕੋਈ ਜਾਣਾ ਕਬ ਨਹੀਂ ਹਾਂ ਜਗ ਮੀਤ, ਜਿਸ ਹੋਏ ਕਿਰਪਾਲ ਸੋਈ ਵੀ ਦੂਜਾ, ਤਾਂ ਕਿ ਨਰਮਲ ਰੀਤ। ਕੌਣ ਹੈ ਮਿੱਤਰ ਸੰਸਾਰ ਦੇ ਵਿੱਚ? ਉਹਨਾਂ ਨੂੰ ਬਣਾਉਂਦਾ ਨਹੀਂ ਹੈ, ਅਤੇ ਇਹ ਹੋਰ ਨੂੰ ਜਿਹੜਾ ਬਣਾਈ ਜਾਂਦਾ ਹੈ। ਦੁਨੀਆ ਜਿਹੜੀ ਹੈ ਸੁੱਖਾਂ ਦੀ ਹੈ, ਦੁੱਖ ਵੇਲੇ ਨਹੀਂ ਕੋਈ ਸਾਥ ਦਿੰਦਾ ਹੈ। ਸੁੱਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਹੁੰ ਦਿਸ ਘੇਰਾ, ਬਿਪਤ ਪਰੀ ਸਭ ਹੀ ਸੰਗ ਛੱਡ ਕੋ ਨਾ ਆਵਤ ਨੇਰਾ। ਸੋ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ। ਨਿਜ ਕਰ ਦੇਖਿਓ ਜਗਤ ਮੈਂ, ਕੋ ਕਾਹੂ ਕੋ ਨਾਹੀ। ਭਾਈ ਆਪ ਦੇਖਿਆ ਹੈ ਸੰਸਾਰ ਵਿੱਚ, ਪਰਖ ਕੇ ਗੁਰੂ ਮਹਾਰਾਜ ਜੀ ਨੇ ਵੀ ਦੇਖਿਆ ਵੀ ਹੁਣ ਅਸੀਂ ਦੇਖ ਲਿਆ, ਅਸੀਂ ਔਰੰਗਜ਼ੇਬ ਦੀ ਕੈਦ 'ਚ ਪੈ ਗਏ ਹਾਂ, ਪਿੰਜਰੇ ਵਿੱਚ ਪਏ ਹੋਏ ਹਾਂ। ਸਭ ਜਿਹੜੇ ਹਨ ਸੁੱਖਾਂ ਦੇ ਸੰਗੀ ਸੀ,
ਉਹ ਤਾਂ ਛੱਡ ਕੇ ਚਲੇ ਗਏ। ਜਦੋਂ ਜਿਹੜਾ ਗੁਰੂ ਆਪੇ ਪਿੰਜਰੇ 'ਚ ਪਿਆ ਹੋਇਆ ਹੈ ਉਹ ਸਾਡੀ ਕਿਵੇਂ ਮਦਦ ਕਰੇਗਾ, ਕਿਵੇਂ ਸਹਾਇਤਾ ਕਰੇਗਾ? ਛੱਡ ਕੇ ਚਲੇ ਗਏ ਬਹੁਤ ਸਾਰੇ। ਇੱਕ ਭਾਈ ਮਤੀ ਦਾਸ ਜੀ, ਭਾਈ ਦਇਆਲਾ ਜੀ, ਭਾਈ ਗੁਰਦਿੱਤਾ ਜੀ ਅਤੇ ਭਾਈ ਸਤੀ ਦਾਸ ਜੀ, ਇਹ ਗੁਰੂ ਮਹਾਰਾਜ ਜੀਆਂ ਦੇ ਨਾਲ ਰਹੇ ਸਿੱਖ, ਇਹ ਨਹੀਂ ਗਏ। ਹੋਰ ਬਹੁਤ ਸਾਰਿਆਂ ਨੇ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਤਾਂ ਬੁਰੇ ਪਾਸੇ ਆ। ਹੁਣ ਕੋਈ ਸੋਚਣ ਲੱਗ ਗਏ ਵੀ ਕੀ ਹਾਲਤ, ਹੁਣ ਤਾਂ ਬਿਪਤਾ ਪੈ ਗਈ। ਜਦੋਂ ਬਿਪਤ ਪੈ ਜਾਂਦੀ ਹੈ ਅਤੇ ਗੁਰੂ ਘਰ ਵਿੱਚ ਕੋਈ ਤਕਲੀਫ ਹੋ ਗਈ, ਕੋਈ ਰੱਬ ਦੇ ਪੈਰਾਂ 'ਚ ਤਕਲੀਫ ਹੋ ਗਈ, ਤਾਂ ਲੋਕ ਛੱਡ ਕੇ ਚਲੇ ਜਾਂਦੇ ਨੇ। ਸੋ ਗੁਰੂ ਮਹਾਰਾਜ ਨੇ ਕਿਹਾ, ਅੱਛਾ ਭਾਈ ਜੇ ਤੁਸੀਂ ਜਾਣਾ ਚਾਹੁੰਦੇ ਚਲੇ ਜਾਓ। ਕਿਵੇਂ ਅਸੀਂ ਜਾਈਏ ਕਿਵੇਂ? ਉਹ ਸੰਗਲ ਤਾਂ ਪਏ ਹੋਏ ਨੇ। ਗੁਰੂ ਮਹਾਰਾਜ ਕਹਿੰਦੇ ਤੁਹਾਡੇ ਸੰਗਲ ਟੁੱਟ ਜਾਣਗੇ। ਸੋ ਅੱਧੀ ਰਾਤ ਦਾ ਵਕਤ ਜਿਹੜਾ ਗੁਰੂ ਮਹਾਰਾਜ ਸਾਰਿਆਂ ਦੇ ਸੰਗਲ ਟੁੱਟ ਗਏ, ਪਹਿਰੇਦਾਰ ਸੌਂ ਗਏ। ਗੁਰੂ ਮਹਾਰਾਜ ਕਹਿੰਦੇ ਜਿਹਨੇ ਨਿਕਲਣਾ ਨਿਕਲ ਜਾਓ ਭਾਈ, ਅਤੇ ਇਸ ਸਮੇਂ ਤੁਸੀਂ ਜਿਹਨੇ ਜਾਣਾ ਚਲੇ ਜਾਓ। ਜੇ ਤੁਸੀਂ ਕਹਿੰਦੇ ਵੀ ਗੁਰੂ ਪਿੱਛੇ ਸਾਨੂੰ ਦੁੱਖ ਹੋ ਗਿਆ, ਗੁਰੂ ਪਿੱਛੇ ਅਸੀਂ ਕੈਦ 'ਚ ਪੈ ਗਏ, ਚਲੋ ਗੁਰੂ ਜੀ ਨੇ ਬੰਧਨ ਕੱਢ ਦਿੱਤੇ ਸਾਰੇ, ਜਾਓ ਜਿਹਨੇ ਜਾਣਾ। ਫਿਰ ਚਲੇ ਗਏ ਜਿਨ੍ਹਾਂ ਨੇ ਜਾਣਾ ਸੀਗਾ, ਪਰੰਤੂ ਇਹ ਨਹੀਂ ਗਏ ਭਾਈ ਮਤੀ ਦਾਸ, ਭਾਈ ਮਹਾਰਾਜ ਜੀ ਤੁਹਾਡੇ ਤੋਂ ਬਿਨਾਂ ਸਾਡਾ ਕੋਈ ਨਹੀਂ ਸੀ, ਤੁਹਾਨੂੰ ਕਿਵੇਂ ਛੱਡ ਕੇ ਜਾਵਾਂ? ਜਿਵੇਂ ਅਨੰਦਪੁਰ ਸਾਹਿਬ ਬਹੁਤ ਸਾਰੇ ਸਿੱਖ ਛੱਡ ਕੇ ਚਲੇ ਗਏ ਸੀ, ਪਰੰਤੂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਇਹ ਸੂਰਬੀਰ ਯੋਧੇ 40 ਸਿੱਖ ਹੋਰ ਮਹਾਰਾਜ ਦੇ ਪਿਆਰੇ, ਉਹ ਨਹੀਂ ਛੱਡ ਕੇ ਗਏ ਵੀ ਅਸੀਂ ਗੁਰੂ ਨੂੰ ਛੱਡ ਕੇ ਨਹੀਂ ਜਾਣਾ ਹੈ। ਸਾਹਿਬ ਸੰਕਟ ਵੈ ਸੇਵਕ ਭੱਜੈ। ਇਹ ਸਾਹਿਬ ਸੰਕਟ ਉਹ ਤਾਂ ਸੰਕਟਾਂ ਨੂੰ ਕੱਟਣ ਵਾਲਾ, ਵੈਸੇ ਚਲੋ ਦਿਸ ਦੇ ਮਾਤਰ ਇੱਕ ਸੰਕਟ ਪਿਆ ਹੋਇਆ ਹੈ। ਸੇਵਕ ਭੱਜ ਜਾਵੇ, ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਵੀ ਫਿਰ ਕਿਹੜਾ ਚਿਰੰਕਾਲ ਬਹੁਤ ਸਦਾ ਹੀ ਦੁਨੀਆ 'ਤੇ ਰਹਿਣਾ, ਫਿਰ ਵੀ ਤਾਂ ਮਰਨਾ ਹੀ ਹੈ ਇੱਕ ਦਿਨ। ਜਿਵੇਂ ਦੁਨੀ ਚੰਦ ਜਿਹੜਾ ਹੈ ਆਪਣਾ ਇਸ ਕਰਕੇ ਡਰ ਕੇ ਚਲਿਆ ਗਿਆ ਵੀ ਗੁਰੂ ਮਹਾਰਾਜ ਮੈਨੂੰ ਹਾਥੀ ਦੇ ਨਾਲ ਲੜਾਉਣਗੇ, ਗੁਰੂ ਮਹਾਰਾਜ ਮੈਨੂੰ ਹਾਥੀ ਦੇ ਲੜਾਉਣ। ਹਾਥੀ ਦੇ ਨਾਲ ਬੰਦਾ ਕਿਵੇਂ ਲੜ ਜੂਗਾ? ਉਹਨੂੰ ਭਰੋਸਾ ਹੀ ਨਹੀਂ ਸੀ ਵੀ ਗੁਰੂ ਮਹਾਰਾਜ ਤੇ ਨਿੱਕੀ ਕੀਰੀ ਮੈਂ ਕਰ ਰੱਖਾ ਹੈ, ਭਸਮ ਕਰਾ ਲਸਕਰ ਕੋਟ ਲਾਖ ਹੈ, ਜਿਸ ਕਾ ਸਾਸ ਨਾ ਕਾਟਤੇ ਅਵਤਾ ਕੋ ਰੱਖ ਦੇ ਕਰ ਹਾਥ। ਜਿਹਦਾ ਸਾਸ ਨਾ ਕੱਢਣ, ਉਹ ਨਾ ਚਾਹੁੰਦੇ ਹੋਣ, ਉਹਦੇ ਸਵਾਸ ਨਿਕਲੇ ਨਹੀਂ ਸਕਦੇ ਹਨ। ਅਤੇ ਉਹ ਤਾਂ ਇੱਕ ਨਿੱਕੀ ਜਿਹੀ ਕੀੜੀ ਵਿੱਚ ਰੱਖ ਕੇ ਲਸ਼ਕਰਾਂ ਦਾ ਸੁਆਹ ਕਰਾ ਸਕਦਾ ਗੁਰੂ, ਅਤੇ ਉਹਨੂੰ ਵਿਸ਼ਵਾਸ ਨਹੀਂ ਸੀ। ਉਹ ਰਾਤੋਂ ਰਾਤ ਜਿਹੜਾ ਹੈ ਆਪਣੇ ਸਾਥੀਆਂ ਦੇ ਸਮੇਤ ਛੱਡ ਕੇ ਚਲਿਆ ਗਿਆ, ਅਤੇ ਭਾਰਾ ਸਰੀਰ ਸੀ, ਰੱਸੇ ਦੇ ਨਾਲ ਲਮਕਾਇਆ ਤਾਂ ਉਹ ਡਿੱਗ ਪਿਆ, ਲੱਤ ਟੁੱਟ ਗਈ। ਘਰੇ ਗਿਆ ਆਪਣਾ ਜਿਹੜਾ, ਫਿਰ ਉਸ ਨੂੰ ਉੱਥੇ ਕਾਲੇ ਨਾਗ ਨੇ ਡੰਗ ਦਿੱਤਾ। ਉਹਦਾ ਜਿਹਦੀ ਮੌਤ ਉੱਥੇ ਵੀ ਹੋਈ, ਉੱਥੇ ਮਰ ਗਿਆ। ਫਿਰ ਉਹ ਦੁਨੀ ਚੰਦ ਬੇਮੁਖ ਹੋ ਕੇ ਮਰ ਗਿਆ। ਅਤੇ ਇਸ ਕਰਕੇ ਮੌਤ ਤਾਂ ਆਉਣੀ ਹੈ। ਜੇ ਗੁਰੂ ਦੇ ਚਰਨਾਂ ਦੇ ਵਿੱਚ ਸੇਵਾ ਸਿਮਰਨ ਵਿੱਚ ਜ਼ਿੰਦਗੀ ਲਗਾ ਦੇਵਾਂਗੇ, ਸਾਡਾ ਭਲਾ ਹੋਵੇਗਾ। ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਚਿਰੰਕਾਲ ਬਹੁਤ ਲੰਮੇ ਸਮੇਂ ਵਾਸਤੇ, ਕਿਹੜਾ ਕੋਈ ਚਿਰੰਜੀਵੀ ਬਣਿਆ ਕਿ ਫਿਰ ਸਦਾ ਵਾਸਤੇ ਦੁਨੀਆ 'ਤੇ ਰਹਿਣਾ। ਜੇ ਗੁਰੂ ਨੂੰ ਛੱਡ ਕੇ, ਧਰਮ ਨੂੰ ਛੱਡ ਕੇ, ਦੀਨ ਗਵਾਇਆ ਦੁਨੀ ਸੋ ਦੁਨੀ ਨਾ 40 ਸਾਤ ਪਾਏ ਕੁਹਾੜਾ ਮਾਰਿਆ ਗਫਲ ਆਪਣਾ ਹਾਥ, ਫਿਰ ਵੀ ਮਰਨਾ ਹੀ ਹੈ। ਦੋ ਕੁਲ ਲੱਜਾ, ਉਹਦੇ ਦੋਏ ਕੁਲ ਜਿਹੜੀ ਹੈ ਉਹਨੂੰ ਲਾਜ ਲੱਗਦੀ ਹੈ, ਉਹ ਕੁੱਲ ਨੂੰ ਲਾਜ ਲੱਗਦੀ ਹੈ, ਧਰਮ ਨੂੰ ਲਾਜ ਲਾਤੀ ਜਿਸ ਨੇ, ਜਿਹੜਾ ਸਾਹਿਬ ਨੂੰ ਛੱਡ ਕੇ, ਮਾਲਕ ਨੂੰ ਛੱਡ ਕੇ ਚਲਿਆ ਗਿਆ। ਸੋ ਇਸ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਈ ਵਾਰੀ ਸਿੱਖ ਬੇਨਤੀ ਕਰਦੇ ਵੀ ਅਸੀਂ ਸ਼ਸਤਰਧਾਰੀਆਂ ਫਲਾਣੀ ਜਗ੍ਹਾ ਅਸੀਂ ਨੌਕਰੀ ਕਰਦੇ ਹਾਂ। ਮਹਾਰਾਜ ਨੇ ਕਿਹਾ ਨਹੀਂ, ਤੁਸੀਂ ਆਪਣੀ ਡਿਊਟੀ ਭਾਈ, ਜਿੱਦਾਂ ਲੂਣ ਖਾ ਰਹੇ ਹੋ ਤਾਂ ਆਪਣਾ ਉੱਥੇ ਆਪਣੀ ਡਿਊਟੀ ਪੂਰੀ ਕਰੋ। ਤਾਂ ਸਾਡਾ ਇਹ ਧਰਮ ਹੈ, ਜਿਵੇਂ ਛਤਰੀ ਦਾ ਧਰਮ ਹੁੰਦਾ ਹੈ, ਬ੍ਰਾਹਮਣ ਦਾ ਧਰਮ ਹੈ, ਸੋ ਸਾਰਿਆਂ ਦਾ ਧਰਮ ਹੈ ਆਪਣਾ। ਸੋ ਇਸ ਕਰਕੇ ਤੁਸੀਂ ਉੱਥੇ ਆਪਣਾ ਧਰਮ ਨਿਭਾਓ। ਇਹਨਾਂ ਜਦੋਂ ਸਾਡੇ ਆਪਣਾ ਸਾਹਿਬਜ਼ਾਦੇ ਸ਼ਸਤਰ ਚੁੱਕਣਗੇ, ਫਿਰ ਜਿਹੜਾ ਹੈਗਾ ਧਰਮੀ ਫੌਜ ਬਣਾਉਣਗੇ, ਤੁਸੀਂ ਫਿਰ ਜਿਹੜਾ ਹੈਗਾ ਗੁਰੂ ਮਹਾਰਾਜ ਦੀ ਫੌਜ ਵਿੱਚ ਸ਼ਾਮਲ ਹੋਇਓ ਆ ਕੇ। ਹੁਣ ਤੁਸੀਂ ਜਿੱਥੇ ਡਿਊਟੀ ਕਰਦੇ ਆ ਸ਼ਸਤਰਧਾਰੀ ਹੋ ਕੇ ਉੱਥੇ ਕਰੋ। ਜਦੋਂ ਗੁਰੂ ਮਹਾਰਾਜ 6ਵੇਂ ਪਾਤਸ਼ਾਹ, ਫਿਰ ਗੁਰੂ ਮਹਾਰਾਜ ਨੇ ਪਹਿਲਾਂ ਹੀ ਭਵਿੱਖ ਦੱਸਿਆ, ਭਾਈ ਆਪਣਾ ਜਿਹੜਾ ਜਦੋਂ ਅਸੀਂ ਸ਼ਸਤਰ ਧਾਰਨ ਕਰਾਂਗੇ, ਅਗਲੇ ਜੰਮ 'ਚ ਅਸੀਂ ਸ਼ਸਤਰ ਧਾਰਨ ਕਰਾਂਗੇ, ਤੁਸੀਂ ਸਾਡੇ ਨਾਲ ਫਿਰ ਜਿਹੜੀ ਹੈ ਸ਼ਸਤਰ ਧਾਰਨ ਕਰਕੇ ਸੇਵਾ ਕਰਿਓ। ਸੋ ਇਸ ਤੁਹਾਡੀ ਜਿਹੜੀ ਸ਼ਸਤਰ ਵਿੱਦਿਆ ਸਿੱਖੀ ਉਹ ਸਫਲੀ ਹੋ ਜਾਵੇਗੀ। ਸੋ ਹੁਣ ਤੁਸੀਂ ਜਿਹੜੀ ਆ ਉੱਥੇ ਵਫਾਦਾਰੀ ਨਾਲ ਜਿਹੜੀ ਆ ਡਿਊਟੀ ਕਰੋ, ਨਹੀਂ ਤਾਂ ਜਿਹੜਾ ਆਪਣਾ ਉਹ ਡਿਊਟੀ ਪੂਰੀ ਸਹੀ ਨਹੀਂ ਕਰਦਾ। ਸਾਹਿਬ ਸੰਕਟ ਵੈ ਸੇਵਕ ਭੱਜੈ, ਚਿਰੰਕਾਲ ਨਾ ਜੀਵੈ ਦੋ ਕੁਲ ਲੱਜੈ। ਸਾਰੇ ਕਹਿੰਦੇ ਸੀ ਮਤਲਬੀ ਦੁਨੀਆ, ਅਸੀਂ ਪਤਿਆ ਕੇ ਦੇਖੀ ਹੈ ਕਿ ਰੱਬ ਦੇ ਪਿਆਰੇ, ਗੁਰੂ ਦੇ ਪਿਆਰੇ ਸਤਿਗੁਰੂ ਸਾਹਿਬਾਨ ਪਰਖ ਕੇ ਦੇਖਦੇ ਨੇ। ਗੁਰੂ ਸਾਹਿਬ ਪਰਖੇ ਦੇ ਨੇ, ਗੁਰੂ 'ਤੇ ਕੀ ਸੰਕਟ ਹੋਣਾ ਭਾਈ, ਪਰਖਦੇ ਵੀ ਨੇ ਗੁਰੂ, ਜਿਵੇਂ ਪਰਖ ਕੀਤੀ ਹੈ। ਇਸ ਤਰ੍ਹਾਂ ਜਿਹੜਾ ਹੈਗਾ ਗੁਰੂ ਘਰ ਦੇ ਵਿੱਚ ਜਿਹੜਾ ਕੋਈ ਸੰਕਟ ਨਹੀਂ ਹੁੰਦਾ, ਪਰੰਤੂ ਇਹ ਪ੍ਰੀਖਿਆ ਹੁੰਦੀ ਹੈ ਸੇਵਕਾਂ ਦੀ। ਜਦੋਂ ਬਹੁਤ ਸਿੱਖ ਹੋ ਗਏ, ਗੁਰੂ ਜੀ ਨੇ ਪ੍ਰੀਖਿਆ ਕੀਤੀ, ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਖੀ ਦੀ ਪ੍ਰੀਖਿਆ ਕੀਤੀ, ਬਹੁਤ ਸਿੱਖ ਹੋ ਗਏ, ਫਿਰ ਗੁਰੂ ਸਾਹਿਬ ਜੀ ਨੇ ਪ੍ਰੀਖਿਆ ਕੀਤੀ। ਸੋ ਇਸ ਤਰ੍ਹਾਂ ਪ੍ਰੀਖਿਆ ਤਾਂ ਹੁੰਦੀ ਹੈ ਭਾਈ। ਤੋ ਇਸ ਕਰਕੇ ਮਹਾਰਾਜ ਜੀ ਕਹਿੰਦੇ ਹਨ, ਭਾਈ ਸੰਸਾਰ ਦੇ ਵਿੱਚ ਕੋਈ ਕਿਸੇ ਦਾ ਨਹੀਂ। ਨਿਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਹੀਂ। ਜਿਸ ਨੂੰ ਅਸੀਂ ਆਪਣਾ ਮੰਨੀ ਬੈਠੇ ਹਾਂ ਨਾ, ਜਗਤ ਸਾਡਾ, ਫਲਾਣੇ ਸਾਡੇ ਮਿੱਤਰ, ਇੰਨੀ ਸਾਡੀ ਜਿਹੜੀ ਹੈਗੀ ਹੈ ਆਪਣਾ ਫਰੈਂਡ ਸਰਕਲ ਸਾਡਾ, ਫਲਾਣਾ ਸਾਡਾ, ਅਸੀਂ ਗੱਲਾਂ ਬਾਤਾਂ ਕਰਦੇ ਹਾਂ, ਟਾਈਮ ਵੇਸਟ ਕਰਦੇ ਹਾਂ।
ਕੋਈ ਕਿਸੇ ਦਾ ਨਹੀਂ ਹੈ, ਸਭ ਸੁੱਖਾਂ ਦੇ ਸੰਗੀ ਨੇ। ਨਾਨਕ ਥਿਰ ਹਰ ਭਗਤ ਹੈ, ਤੇ ਰਾਖੋ ਮਨ ਮਾਹੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਪਰਮਾਤਮਾ ਦੀ ਭਗਤੀ ਸਦਾ ਥਿਰ ਰਹਿਣ ਵਾਲੀ ਹੈ। ਜਿਵੇਂ ਥਿਰ ਪਾਰ ਬ੍ਰਹਮ ਸੇਵਕ ਥਿਰ ਹੋ ਸੀ, ਪਰ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਉਹ ਥਿਰ ਹੈ, ਸੇਵਕ ਥਿਰ ਨੇ ਉਹਦੇ ਭਗਤ, ਤੇ ਭਗਤੀ ਥਿਰ ਹੈ। ਨਾਨਕ ਥਿਰ ਹਰ ਭਗਤ ਹੈ, ਤੇ ਪਰਮਾਤਮਾ ਦੀ ਭਗਤੀ ਹੀ ਜਿਹੜੀ ਸਦਾ ਥਿਰ ਰਹਿਣ ਵਾਲੀ ਹੈ। ਪਰਮਾਤਮਾ ਦਾ ਨਾਮ ਕਦੇ ਨਹੀਂ ਛੱਡਦਾ ਹੈ। ਜੈ ਮੁਸ਼ਕਲ ਹੋਵੇ ਅਤ ਭਾਰੀ ਕੀ, ਹਰ ਕੋ ਨਾਮ ਖਿਨ ਮਾਹੇ ਉਦਾਰੀ। ਜੈ ਮਾਤ ਪਿਤਾ ਸੁਤ ਮੀਤ ਨਾ ਪਾਈ, ਮਾਨੂ ਹਾ ਨਾਮ ਤੇਰਾ ਸੰਗ ਸਹਾਈ। ਜੈ ਮਹਾ ਭਿਆਨ ਦੂਤ ਜਮ ਦਲੈ, ਤਾਂ ਕੇਵ ਨਾਮ ਸੰਗ ਤੇਰਾ ਚੱਲੈ। ਇਸ ਕਰਕੇ ਗੁਰਦੇਵ ਕਹਿੰਦੇ ਨੇ ਭਾਈ ਨਾਮ ਜਪੋ, ਪਰਮਾਤਮਾ ਦੀ ਭਗਤੀ ਕਰੋ। ਇਨਸਾਨਾਂ ਦੇ ਪਿੱਛੇ ਬੰਦਾ ਫਿਰੀ ਜਾਂਦਾ, ਟਾਈਮ ਵੇਸਟ ਕਰਦਾ, ਜ਼ਿੰਦਗੀ ਬਰਬਾਦ ਕਰ ਲੈਂਦਾ, ਜ਼ਿੰਦਗੀ ਉਹ ਲਾ ਦਿੰਦਾ। ਗੁਰੂ ਦਾ ਨਹੀਂ ਵਫਾਦਾਰ ਬਣਦਾ, ਗੁਰੂ ਵਾਸਤੇ ਜ਼ਿੰਦਗੀ ਨਹੀਂ ਲਾਉਂਦਾ, ਸੇਵਾ ਸਿਮਰਨ ਦੇ ਵਿੱਚ ਜ਼ਿੰਦਗੀ ਨਹੀਂ ਲਾਉਂਦਾ, ਦੁਨੀਆ ਦੇ ਪਿੱਛੇ ਜ਼ਿੰਦਗੀ ਬਥੇਰੀ ਲਾ ਦਿੰਦਾ ਹੈ। ਅਤੇ ਇਸ ਕਰਕੇ ਮਹਾਰਾਜ ਕਹਿੰਦੇ ਨਿਜ ਕਰ ਦੇਖੋ ਜਗਤ ਮੈਂ ਕੋ ਕਾਹੂ ਕੋ ਨਾਏ। ਨਾਨਕ ਥਿਰ ਹਰ ਭਗਤਾ ਤੇ ਰਾਖੋ ਮਨ। ਭਗਤੀ ਨੂੰ ਭਾਈ ਪਰ ਆਪਣੇ ਮਨ ਵਿੱਚ ਰੱਖੋ, ਪਰਮਾਤਮਾ ਦੇ ਨਾਮ ਨੂੰ ਸਿਮਰਨ ਨੂੰ। ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ। ਜਿਸ ਇਹ ਜਗਤ ਦੀ ਚਕਾਚੌਂਧ ਦੇ ਵਿੱਚ ਅਸੀਂ ਫਸ ਕੇ ਸੰਸਾਰ ਦੇ ਮਨਮੋਹਕ ਦ੍ਰਿਸ਼ ਦੇਖ ਕੇ ਪਰਮਾਤਮਾ ਨੂੰ ਭੁਲਾਈ ਬੈਠੇ ਹਾਂ। ਗੁਰੂ ਮਹਾਰਾਜ ਕਹਿੰਦੇ ਨੇ ਜਗਤ ਦੀ ਰਚਨਾ ਭਾਈ ਝੂਠੀ ਹੈ। ਪਹਿਲਾਂ ਅੱਜ ਹੈ ਇਹ, ਅੱਗੇ ਨੂੰ ਜਦੋਂ ਪ੍ਰਭੂ ਭਾਵੇਗਾ ਤਾਂ ਇਹ ਵਿਨਸ ਜਾਵੇਗਾ। ਪਤਾ ਨਹੀਂ ਜਗਤ ਦੀ ਰਚਨਾ ਕਿੰਨੀ ਵਾਰ ਹੋਈ ਹੈ, ਕਿੰਨੀ ਵਾਰ ਇਹ ਵਿਨਸਿਆ ਹੈ, ਕਿੰਨੀ ਵਾਰ ਬਣਦਾ ਹੈ। ਪਰਮਾਤਮਾ ਥਿਰ ਹੈ। ਜਗ ਰਚਨਾ ਸਭ ਝੂਠਾ, ਜਾਣ ਲਿਹੋ ਰੇ ਮੀਤ। ਹੇ ਮੇਰੇ ਪਿਆਰਿਓ, ਹੇ ਗੁਰਸਿੱਖੋ, ਹੇ ਮਿੱਤਰੋ, ਜਿਹੜਾ ਹੈ ਜਗਤ ਦੀ ਰਚਨਾ ਝੂਠੀ ਹੈ, ਜਿਹਦੇ ਵਿੱਚ ਫਸ ਕੇ ਅਸੀਂ ਜਿਹੜਾ ਆਪਣਾ ਮਨੁੱਖ ਜਨਮ ਨੂੰ ਨਹੀਂ ਗਵਾਉਣਾ। ਗੋਲਡਨ ਚਾਂਸ ਮਿਲਿਆ, ਜੇ ਸੰਸਾਰ ਦੇ ਵਿੱਚ ਦੁਨੀਆ ਦੇ ਨਜ਼ਾਰੇ ਹੀ ਦੇਖੀ ਗਏ, ਦੁਨੀਆ ਦੇ ਨਜ਼ਾਰਿਆਂ ਵਿੱਚ ਫਸੇ ਰਹੇ, ਅਤੇ ਇਹ ਜਿਹੜੀ ਹੈ ਝੂਠੇ ਨਜ਼ਾਰੇ ਨੇ, ਇਹ ਨਹੀਂ ਰਹਿਣ ਵਾਲੇ ਹਨ। ਟਾਈਮ ਵੇਸਟ ਨਹੀਂ ਕਰਨਾ, ਪਰਮਾਤਮਾ ਦੀ ਭਗਤੀ ਕਰਨੀ। ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਹੇ ਗੁਰਸਿੱਖ ਪਿਆਰੇ, ਹੇ ਮਿੱਤਰੋ, ਇਹ ਜਿਹੜਾ ਇਸ ਨੂੰ ਇਹ ਜਾਣ ਲਓ, ਜਗਤ ਜਿਹੜਾ ਹੈ ਇਹ ਝੂਠਾ ਹੈ, ਇਹਦੀ ਰਚਨਾ ਝੂਠੀ ਹੈ। ਕਹੇ ਨਾਨਕ ਥਿਰ ਨਾ ਰਹੈ, ਜਿਉ ਬਾਲੂ ਕੀ ਪੀਤ। ਬਾਲੂ ਕਹਿੰਦੇ ਹਨ ਰੇਤੇ ਨੂੰ, ਰੇਤ ਨੂੰ। ਇਹ ਸਦਾ ਥਿਰ ਰਹਿਣ ਵਾਲਾ ਜਗਤ ਨਹੀਂ ਹੈ। ਇਹਦੇ ਵਿੱਚ ਚੇਂਜ ਆਉਂਦੀ ਹੈ, ਨਾਸ ਵੀ ਹੋ ਜਾਂਦਾ। ਪਰਲੋ ਦੇ ਸਮੇਂ ਦੇ ਵਿੱਚ ਪਾਣੀਓ ਪਾਣੀ ਹੋ ਜਾਂਦਾ, ਵਿਨਸ ਜਾਂਦੀ ਹੈ। ਮਹਾਪਰਲੋ ਦੇ ਸਮੇਂ 'ਚ ਪੰਜੇ ਤੱਤ ਵੀ ਨਹੀਂ ਰਹਿੰਦੇ, ਧਰਤੀ ਆਕਾਸ਼ ਵੀ ਨਹੀਂ ਰਹਿੰਦਾ ਹੈ। ਅੱਗ ਪਾਉਣ ਪਾਣੀ, ਜੇ ਅੱਗ ਦੀ ਪਰਲੋਗੇ ਅੱਗ ਦੇ ਨਾਲ ਸਾਰਾ ਕੁਝ ਸਵਾਹ ਹੋ ਜਾਣਾ, ਪਾਣੀ ਦੀ ਪਰਲੋਗੇ ਪਾਣੀ ਨਾਲ ਸਭ ਸਵਾਹ ਹੋ ਜਾਣਾ। ਮਹਾਪਰਲੋ ਦੇ ਵਿੱਚ ਤਾਂ ਇਹ ਧਰਤੀ ਆਕਾਸ਼ ਵੀ ਨਹੀਂ ਰਹਿੰਦੇ, ਖੰਡ ਬ੍ਰਹਿਮੰਡ ਵੀ ਨਹੀਂ ਰਹਿੰਦੇ। ਸੋ ਗੁਰਦੇਵ ਇਹ ਨਾਸਵਾਨਤਾ ਦਰਸਾਉਂਦੇ ਹੋਏ ਪਰਮਾਤਮਾ ਦੀ ਭਗਤੀ ਦੇ ਨਾਲ ਜੋੜ ਰਹੇ ਹਨ। ਭਾਈ ਜਗ ਰਚਨਾ ਸਭ ਝੂਠ ਹੈ, ਜਾਣ ਲਿਹੋ ਰੇ ਮੀਤ। ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਪੀਤ। ਜਿਵੇਂ ਬਾਲੂ ਰੇਤ ਦੀ ਕੰਧ ਜਿਹੜੀ ਆ ਸਦਾ ਨਹੀਂ ਰਹਿ ਸਕਦੀ, ਉਹ ਜਦੇ ਡਿੱਗ ਪੈਂਦੀ ਹੈ। ਮਾੜੀ ਜਿਹੀ ਹਵਾ ਲੱਗੀ ਤਾਂ ਡਿੱਗ ਪੈਣਾ। ਚਾਰ ਛਿੱਟੇ ਜਿਹੜੇ ਆ ਮੀਂਹ ਪਿਆ ਬਾਰਿਸ਼, ਉਹਨੇ ਜਿਹੜੀ ਕੰਧ ਹੈ ਰੇਤੇ ਦੀ, ਉਹਨੇ ਜਿਹੜਾ ਹੈ ਜਦੇ ਡਿੱਗ ਪੈਣਾ ਹੈ। ਇਸ ਤਰ੍ਹਾਂ ਦੀ ਹਾਲਤ ਹੈ ਸੰਸਾਰ ਦੀ, ਇਹ ਨਾਸਵਾਨ ਹੈ। ਜਬ ਉਤਕਰਖ ਕਰਾ ਕਰਤਾਰਾ, ਪਰਜਾ ਤਰਤਵ ਦੇ ਅਪਾਰਾ। ਜਬ ਆਕਰ ਕਰ ਦੋ ਕਮੂੰ, ਤੁਮ ਅਮਰਤ ਦੇਹ ਤਰਸਵੂੰ। ਇਸ ਕਰਕੇ ਇਹ ਤਾਂ ਆਪਣਾ ਰੇਤੇ ਦੀਆਂ ਕੰਧਾਂ ਨੇ, ਇਹ ਰੇਤੇ ਦੀਆਂ ਕੰਧਾਂ ਨੇ, ਰੇਤ ਦੀ ਕੰਧ ਹੈ, ਇਹਨੇ ਡਿੱਗ ਪੈਣਾ। ਸੰਸਾਰ ਨੇ ਨਾਸਵਾਨ ਹੈ, ਇਹਨੇ ਸਦਾ ਨਹੀਂ ਰਹਿਣਾ ਹੈ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਸਲੋਕਾਂ ਦੁਆਰਾ ਮਾਤਾ ਜੀਆਂ ਨੂੰ, ਮਾਤਾ ਗੁਜਰੀ ਜੀਆਂ ਨੂੰ ਅਤੇ ਸੰਗਤਾਂ ਨੂੰ ਇਹ ਜਿਹੜਾ ਹੈ ਉਪਦੇਸ਼ ਦੇ ਰਹੇ ਹਨ ਅਤੇ ਸ਼ਾਂਤੀ ਪ੍ਰਦਾਨ ਕਰ ਰਹੇ ਹਨ ਕਿ ਦੇਖੋ ਜਿਹੜਾ ਹੈਗਾ ਸਾਡੇ ਸਰੀਰ ਦਾ ਜਿਹੜਾ ਹੈ ਮੋਹ ਨਾ ਕਰੋ, ਅਤੇ ਇਸ ਨੂੰ ਜਿਹੜਾ ਹੈ ਤੁਸੀਂ ਜਿਹੜਾ ਸ਼ੋਕ ਦੇ ਵਿੱਚ ਨਾ ਆਓ। ਇਸ ਸੰਸਾਰ ਦੇ ਵਿੱਚ ਤਾਂ ਰਾਮ ਵੀ ਚਲੇ ਗਿਆ, ਰਾਮ ਗਿਓ ਰਾਵਣ ਗਿਓ, ਰਾਮ ਵੀ ਚਲਾ ਗਿਆ, ਰਾਵਣ ਵੀ ਚਲਾ ਗਿਆ। ਰਾਮ ਗਿਓ ਰਾਵਣ ਗਿਓ, ਜਾਕੋ ਬਹੁ ਪਰਿਵਾਰ। ਜਿਨ੍ਹਾਂ ਦੇ ਏਡੇ ਵੱਡੇ ਪਰਿਵਾਰ ਸੀ। ਰਾਮ ਤੋਂ ਪਹਿਲਾਂ ਭਗਵਾਨ ਰਾਮ ਚੰਦਰ ਜੀ ਮਹਾਰਾਜ ਤੋਂ ਪਹਿਲਾਂ ਦਸ਼ਰਥ ਤੋਂ ਪਹਿਲਾਂ ਫਿਰ ਦੂਸਰੇ ਰਾਜੇ ਹੋਰ, ਅੱਜ ਰਾਜੇ ਵਰਗੇ। ਕਿੱਡੀ ਵੱਡੀ ਸ਼ੰਖਲਾ ਤੁਰੀ ਆਉਂਦੀ ਸੀ, ਕਿੱਡੀ ਵੱਡੀ ਲੜੀ ਤੁਰੀ ਆਉਂਦੀ ਸੀ, ਅਤੇ ਕਿੱਡਾ ਵੱਡਾ ਰਾਜ ਸੀ ਉਹ। ਰਾਜੇ ਹਰੀਸ਼ ਚੰਦਰ ਵਰਗੇ, ਰਘੂਕੁਲ ਦੇ ਵਿੱਚ ਕਿੱਡੇ ਕਿੱਡੇ ਰਾਜੇ ਹੋਏ, ਅਤੇ ਬਾਣ ਧਾਤਾ ਵਰਗੇ ਹੋਰ ਕਿੱਡੇ ਕਿੱਡੇ ਰਾਜੇ ਹੋਏ।
ਤੇ ਏਡੇ ਏਡੇ ਰਾਜ ਜਿਨ੍ਹਾਂ ਰਸਾਂ ਦੇ ਨਾਲ ਜਿਹੜਾ ਸਮੁੰਦਰ ਦਰਿਆ ਬਣ ਗਏ ਤੇ ਏਡੇ ਏਡੇ ਰਾਜੇ ਹੋਏ ਰਾਮਚੰਦਰ ਜੀਆਂ ਦੀਆਂ ਰਘੂ ਕੁੱਲ, ਜਿਹਦੇ ਵਿੱਚ ਆਪਣਾ ਭਗਵਾਨ ਰਾਮਚੰਦਰ ਜੀਆਂ ਨੇ ਜਿਹੜਾ ਹੈ ਅਵਤਾਰ ਲਿਆ। ਫਿਰ ਰਾਵਣ ਕਿੱਡਾ ਬਲੀ ਸੀ, 1 ਲੱਖ ਪੂਤ 1.25 ਲੱਖ ਨਾਤੀ ਬਾਣੀ ਕਹਿੰਦੀ ਹੈ, ਤੇ ਰਾਵਣ ਘਰ ਦੀ ਆ ਨਾ ਬਾਤੀ, ਤੇ 1 ਲੱਖ ਪੁੱਤਰ 1.25 ਲੱਖ ਪੋਤਰਾ, ਤੇ ਸੋਨੇ ਦੀ ਲੰਕਾ ਗੜ ਸੋਨਾ ਕਾ ਪਿਆ, ਮੂਰਖ ਰਾਵਣ ਕਿਆ ਲੈ ਗਿਆ। ਫਿਰ ਉਸ ਨੇ ਦੇਵਤਿਆਂ ਤੱਕ ਨੂੰ ਵੀ ਆਪਣੇ ਜਿਹੜਾ ਹੈ ਕਾਬੂ ਦੇ ਵਿੱਚ ਕਰ ਲਿਆ। ਚੰਦ ਸੂਰਜ ਜਾ ਕੇ ਤਪਤ ਰਸੋਈ, ਮੈਂ ਸੰਤਰ ਜਾ ਕੇ ਕੱਪੜੇ ਧੋਈ, ਜਿਹਦੇ ਆਪਣੇ ਇਹ ਦੇਵਤੇ ਕੰਮ ਕਰਦੇ ਸੀ, ਜਿਹਨੇ ਕਾਲ ਕਹਿੰਦੇ ਪਾਵੇ ਨਾਲ ਬੰਨਿਆ ਸੀ, ਤੇ 4 ਵੇਦਾਂ ਦਾ ਭਗਤਾ ਹੋ ਗਿਆ। ਤੇ ਇਹ ਆਪਣਾ ਜਿਹੜਾ ਐਡਾ ਵੱਡਾ ਜਿਹੜਾ ਸੀਗਾ ਰਾਵਣ, ਵੇਦਾਂ ਦਾ ਭਗਤਾ, ਤੇ ਕਿੰਨੀਆਂ ਸ਼ਕਤੀਆਂ ਕਿੰਨੀਆਂ ਤਾਕਤਾਂ ਉਹ ਰੱਖਦਾ ਸੀ, ਸੋਨੇ ਦੀ ਲੰਕਾ ਵਾਲਾ, ਲੱਖਾਂ ਪੁੱਤਰ ਲੱਖਾਂ ਪੋਤਰੇ ਸਭ ਜਿਹੜੇ ਹਨ। ਘਰ ਦੀ ਆ ਨਾ ਬਾਤੀ, ਉਹਦੇ ਕੁਛ ਵੀ ਨਹੀਂ ਰਿਹਾ, ਰਾਵਣ ਦਾ ਕੋਈ ਜਿਹੜਾ ਨਹੀਂ ਰਿਹਾ। ਤੇ ਰਾਮਚੰਦਰ ਮਹਾਰਾਜ ਨੇਕੀ ਦੇ ਪ੍ਰਤੀਕ ਨੇ, ਬੁਰਾਈ ਦੇ ਪ੍ਰਤੀਕ ਹੈ, ਰਾਵਣੋਂ ਵੀ ਨਹੀਂ ਰਿਹਾ। ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ। ਸੋ ਐਡੇ ਐਡੇ ਪਰਿਵਾਰਾਂ ਵਾਲੇ, ਜਿਨ੍ਹਾਂ ਦੇ ਲੱਖਾਂ ਪਰਿਵਾਰ ਜਿਹੜੇ ਹਨ, ਲੱਖਾਂ ਲੋਕ, ਕਰੋੜਾਂ ਲੋਕ, ਕਿੱਡੀਆਂ ਕਿੱਡੀਆਂ ਸੈਨਾ ਜਿਹੜੇ ਹਨ, ਉਹ ਵੀ ਗੁਰੂ ਮਹਾਰਾਜ ਕਹਿੰਦੇ ਸੰਸਾਰ ਤੋਂ ਚਲੇ ਗਏ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਸਾਡੇ ਕਿੱਡੇ ਕਿੱਡੇ ਕੁ ਪਰਿਵਾਰ ਨੇ, ਕਿੰਨੇ ਕੁ ਪਰਿਵਾਰ ਦੇ ਮੈਂਬਰ ਨੇ। ਅੱਜ ਕੱਲ੍ਹ ਤਾਂ ਹੁਣ ਰਹਿ ਹੀ 2 ਜੀ ਗਏ, ਘਟਦੇ ਹੁਣ ਤਾਂ ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸੀਗੇ, ਹੁਣ ਤਾਂ ਬਸ ਬੰਦਾ ਜਿਹੜਾ ਇੱਕ ਦੂਸਰੇ ਦਾ ਕੋਈ ਵਫਾਦਾਰ ਵੀ ਨਹੀਂ ਹੈ, ਤੇ ਕੋਈ ਪਰਿਵਾਰ ਉਹ ਵੀ ਖਤਮ ਹੁੰਦੇ ਜਾ ਰਹੇ ਹਨ। ਉਸ ਤਰ੍ਹਾਂ ਦੇ ਰਹੇ ਨਹੀਂ ਹੈਗੇ, ਹੁਣ ਤਾਂ ਇਕੱਲਾ ਹੀ ਇਨਸਾਨ ਵਿਚਰਦਾ ਹੈ। ਸੋ ਏਡੇ ਏਡੇ ਪਰਿਵਾਰਾਂ ਵਾਲੇ ਚਲੇ ਗਏ, ਐਡੇ ਵੱਡੇ ਕੁਟੁੰਬਾਂ ਵਾਲੇ ਚਲੇ ਗਏ। ਰਾਮ ਗਇਓ ਰਾਵਣ ਗਿਓ ਜਾ ਕੋ ਪਹੁ ਪਰਿਵਾਰ, ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜਿਉ ਸੰਸਾਰ। ਵੱਡੇ ਵੱਡੇ ਦੁਨੀਆ 'ਤੇ ਹੋ ਕੇ ਚਲੇ ਗਏ, ਵੱਡੇ ਵੱਡੇ ਪਰਿਵਾਰ, ਵੱਡੀਆਂ ਵੱਡੀਆਂ ਜਿਹੜੀਆਂ ਆਪਣਾ ਕੁੱਲਾਂ, ਬੰਦਾ ਸੋਚਦਾ ਮੇਰੀ ਕੁੱਲ, ਮੇਰਾ ਪਰਿਵਾਰ, ਮੇਰੀ ਕੁੱਲ ਚੱਲਦੀ ਰਹੇ। ਰਿਸ਼ੀ ਮੁਸ਼ਕੰਦ ਰਾਜੇ ਦਾ ਪੁੱਤਰ ਸੀ, ਦੇਵਤਿਆਂ ਦੀ ਸਹਾਇਤਾ ਕਰਨ ਵਾਸਤੇ ਗਿਆ। 2 ਸਾਲ ਯੁੱਧ ਹੁੰਦਾ ਰਿਹਾ, ਫਤਿਹ ਹੋ ਗਈ। ਫਿਰ ਆਪਣਾ ਦੇਵਤਿਆਂ ਦਾ ਰਾਜਾ ਇੰਦਰ ਧੰਨਵਾਦ ਕਰਦਾ ਹੈ ਤੇ ਪੁੱਛਦਾ ਹੈ ਕਿ ਕੁਛ ਮੰਗੋ ਕੁਛ ਲਓ। ਮੁਸ਼ਕੰਦ ਰਿਸ਼ੀ ਜਿਹੜੇ ਹਨ ਇਹ ਕਹਿੰਦੇ ਨੇ ਅਸੀਂ ਕੀ ਲੈਣਾ ਹੈ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਹੁਣ ਅਸੀਂ ਜਾਣਾ ਚਾਹੁੰਦੇ ਹਾਂ, ਆਪਣੇ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਾਂ। ਤੇ ਰਾਣੀਆਂ ਹੋਰ ਸਾਰੇ ਉਡੀਕਦੇ ਹੋਣਗੇ ਵੀ ਸਾਲਾਂ ਦਾ ਸਮਾਂ ਬੀਤ ਗਿਆ ਹੈ। ਤਾਂ ਫਿਰ ਦੇਵਤਿਆਂ ਦੇ ਰਾਜੇ ਇੰਦਰ ਨੇ ਕਿਹਾ ਥੋੜਾ ਉਦਾਸ ਹੋ ਕੇ ਕਿ हे ਰਾਜਾ ਆਪ ਕਿਆ ਸੋਚ ਰਹੇ ਹੋ। ਇਹ 2 ਸਾਲ ਇੱਥੇ ਦੇ ਬੀਤੇ ਨੇ, ਦੇਵਤਿਆਂ ਦੇ ਵੱਡੇ ਸਾਲ ਹੁੰਦੇ ਨੇ। ਦੇਵਤਿਆਂ ਦੇ ਤਾਂ ਵੱਡੇ, ਉੱਥੇ ਧਰਤੀ ਦੇ ਉੱਤੇ ਤਾਂ ਛੋਟੇ 365 ਦਿਨਾਂ ਦਾ ਸਾਲ, ਇਹ ਉੱਥੇ ਤਾਂ ਲੱਖਾਂ ਸਾਲ ਬੀਤ ਗਏ ਹਨ। ਉੱਥੇ ਤੁਹਾਡਾ ਨਾਂ ਲੈਣ ਵਾਲਾ ਕੋਈ ਨਹੀਂ ਹੈ, ਤੁਹਾਡੀਆਂ ਰਾਣੀਆਂ ਕੋਈ ਨਹੀਂ ਰਿਹਾ ਹੈ। ਤੁਹਾਡੀ ਰਾਣੀਆਂ, ਤੁਹਾਡੇ ਬੱਚੇ, ਤੁਹਾਡੇ ਮਾਤਾ ਪਿਤਾ, ਉਹ ਤਾਂ ਗਾਹਾਂ ਦੇ ਗਾਹਾਂ ਕੁਲਾਂ ਦੀਆਂ ਕੁਲਾਂ ਖਤਮ ਹੋ ਚੁੱਕੀਆਂ ਨੇ। ਕਿੰਨੀਆਂ ਕੁ ਕੁਲਾਂ ਬੀਤ ਗਈਆਂ ਨੇ, ਕਿੰਨੇ ਰਾਜੇ ਹੋ ਚੁੱਕੇ ਨੇ ਤੁਹਾਡੇ ਤੋਂ ਬਾਅਦ। ਤੁਸੀਂ ਸਮਝ ਰਹੇ 2 ਸਾਲ ਦਾ ਸਮਾਂ ਬੀਤਿਆ, ਇਹ ਤਾਂ ਦੇਵਤਿਆਂ ਦਾ ਸਾਲ ਬੀਤਿਆ ਜਾਂ ਸਾਲ ਜਾਂ 2 ਸਾਲ ਬੀਤਿਆ। ਉਹ ਧਰਤੀ ਦੇ ਉੱਤੇ ਮਾਤ ਲੋਕ ਦੇ ਉੱਤੇ ਤਾਂ ਬਹੁਤ ਸਮਾਂ ਬੀਤ ਚੁੱਕਿਆ, ਲੱਖਾਂ ਸਾਲ ਬੀਤ ਗਏ। ਕਿੰਨੀਆਂ ਹੀ ਜਿਹੜੀਆਂ ਪੰਕਤੀਆਂ ਦੀਆਂ ਪੰਕਤੀਆਂ ਹੋ ਗੁਜ਼ਰੀਆਂ ਨੇ। ਉੱਥੇ ਧਰਤੀ ਦੇ ਉੱਤੇ ਕੋਈ ਤੁਹਾਡਾ ਨਾਂ ਲੈਣ ਵਾਲੇ ਨੂੰ ਤੁਹਾਡਾ ਯਾਦ ਕਰਨ, ਤੁਸੀਂ ਕਹਿੰਦੇ ਮੈਨੂੰ ਯਾਦ ਕਰਦੇ ਹੋਣਗੇ, ਉੱਥੇ ਰਾਣੀਆਂ ਯਾਦ ਕਰਦੀਆਂ ਹੋਣਗੀਆਂ, ਨੌਕਰ ਯਾਦ ਕਰਦੇ ਹੋਣਗੇ, ਖਜ਼ਾਨੇ ਨਹੀਂ ਮਹਾਰਾਜ। ਉੱਥੇ ਨਹੀਂ ਦੁਨੀਆ ਦੇ ਉੱਤੇ, ਉੱਥੇ ਤਾਂ ਬਹੁਤ ਸਮਾਂ ਬੀਤ ਚੁੱਕਿਆ ਹੈ। ਉੱਥੇ ਤਾਂ ਕਿੰਨੇ ਹੀ ਆਪਣਾ ਲੰਮੇ ਹੋਰ ਆ ਗਏ, ਫਿਰ ਹੋਰ ਆ ਗਏ। ਉਸ ਤੁਹਾਡਾ ਨਾਂ ਲੈਣ ਵਾਲਾ ਉੱਥੇ ਕੋਈ ਨਹੀਂ ਹੈ। ਇੰਨਾ ਲੰਮਾ ਸਮਾਂ ਬੀਤ ਚੁੱਕਿਆ ਹੈ। ਰਾਜਾ ਮੁਚਕੰਦ, ਇਹ ਰਿਸ਼ੀ ਮੁਚਕੰਦ ਬੜਾ ਹੈਰਾਨ ਹੋਇਆ। ਅੱਛਾ, ਕੋਈ ਲੈਣ ਵਾਲਾ ਹੀ ਨਹੀਂ ਰਿਹਾ, ਨਾਂ ਲੈਣ ਵਾਲਾ ਹੀ ਨਹੀਂ ਰਿਹਾ ਦੁਨੀਆ 'ਤੇ, ਕੋਈ ਯਾਦ ਕਰਨ। ਉਹ ਰਾਣੀਆਂ ਜਿਨ੍ਹਾਂ ਨੂੰ ਮੈਂ ਚਿੱਤ ਭਰਿਆ ਉਹ ਰਹੇ ਨਹੀਂ, ਕਹਿੰਦੇ ਉਹ ਤਾਂ ਗਾਹਾਂ ਗਾਹਾਂ ਹੋ ਕੇ ਮਰ ਚੁੱਕੇ ਨੇ, ਕਦੋਂ ਦੇ ਮਰ ਚੁੱਕੇ ਨੇ। ਲੱਖਾਂ ਸਾਲ ਬੀਤ ਗਏ, ਉੱਥੇ ਤਾਂ ਹਜ਼ਾਰਾਂ ਸਾਲ ਬੀਤ ਚੁੱਕੇ ਹਨ। ਜਦੋਂ ਆਪਣੇ ਹੀ ਨਹੀਂ ਕੋਈ ਰਿਹਾ, ਹੁਣ ਕੀ ਕਰਾਂਗੇ।
ਰਾਜਾ ਫਿਰ ਕਹਿ ਰਿਹਾ ਵੀ ਕੁਛ ਨਾ ਕੁਛ ਮੰਗੋ, ਸਾਡਾ ਵਚਨ ਜਿਹੜਾ ਹੈਗਾ ਵਿਅਰਥ ਨਹੀਂ ਜਾਣਾ ਚਾਹੀਦਾ। ਰਿਸ਼ੀ ਮੁਚਕਾਂਦੇ ਕਹਿੰਦੇ ਵੀ ਹੁਣ ਮੰਗਣ ਨੂੰ ਕੀ ਰਹਿ ਗਿਆ ਹੈ, ਉਦਾਸ ਹੋ ਗਿਆ। ਜਦ ਤਾਂ ਕੋਈ ਆਪਣਾ ਹੀ ਨਹੀਂ ਰਿਹਾ, ਰਾਜ ਨਹੀਂ ਰਿਹਾ, ਕੋਈ ਰਿਹਾ ਹੀ ਨਹੀਂ। ਕਹਿੰਦੇ ਕੁਛ ਨਾ ਕੁਛ ਤਾਂ ਮੰਗੋ। ਫਿਰ ਇਹਨੇ ਕਿਹਾ ਕਿ ਮਹਾਰਾਜ, ਇਹ ਦੇਵਤਾ ਲੋਕ, ਜੇ ਤੁਸੀਂ ਕੁਛ ਦੇਣਾ ਹੀ ਚਾਹੁੰਦੇ ਹੋ ਤਾਂ ਮੈਂ ਥੱਕ ਚੁੱਕਿਆ, ਮੈਂ ਤਾਂ ਹੁਣ ਬਸ ਲੰਮੀ ਨੀਂਦ ਲੈਣਾ ਚਾਹੁੰਦਾ, ਸੌਣਾ ਚਾਹੁੰਦਾ। ਤਾਂ ਰਾਜ ਇੰਦਰ ਨੇ ਕਿਹਾ ਕਿ ਜਾਓ ਹੇ ਰਾਜਾ, ਕੋਈ ਇਹੋ ਜਿਹੀ ਜਗ੍ਹਾ ਤਲਾਸ਼ ਲਓ, ਕੋਈ ਇਕਾਂਤ, ਕੋਈ ਗੁਫਾ, ਜਿੱਥੇ ਤੁਹਾਨੂੰ ਕੋਈ ਠਾਏ ਨਾ, ਜਾ ਕੇ ਸੌਂ ਜਾਓ, ਤੁਹਾਨੂੰ ਕੋਈ ਨਹੀਂ ਠਾਲੂਗਾ, ਜਿੰਨਾ ਚਿਰ ਮਰਜ਼ੀ ਸੁੱਤੇ ਰਹੋ ਤੁਸੀਂ ਜਾ ਕੇ, ਤੁਹਾਨੂੰ ਕੋਈ ਨਹੀਂ ਠਾਲੂਗਾ। ਅਸੀਂ ਇਹ ਜਿਹੜਾ ਹੈ ਬਚਨ ਕਰਦੇ ਹਾਂ, ਵਰ ਦਿੰਦੇ ਹਾਂ, ਜਿਹੜਾ ਤੁਹਾਨੂੰ ਠਾਉਣ ਦੀ ਕੋਸ਼ਿਸ਼ ਕਰੇਗਾ, ਜੋ ਤੁਹਾਨੂੰ ਠਾਵੇਗਾ, ਉਹ ਜਿਹੜਾ ਹੈਗਾ ਜਿਹਤੇ ਤੁਹਾਡੀ ਦ੍ਰਿਸ਼ਟੀ ਪੈ ਗਈ ਪਹਿਲੀ, ਉਹ ਸੜ ਕੇ ਸੁਆਹ ਹੋ ਜਾਵੇਗਾ, ਤੁਹਾਨੂੰ ਠਾਉਣ ਦੀ ਕੋਈ ਹਿੰਮਤ ਨਹੀਂ ਕਰੇਗਾ। ਜਾਓ ਤੁਸੀਂ ਜਿੰਨੀ ਮਰਜ਼ੀ ਜਿਹੜੀ ਲੰਮੀ ਨੀਂਦ ਲੈ ਲਓ, ਜਾ ਕੇ ਸੌਂ ਲਓ। ਫਿਰ ਇੱਕ ਇਹਨੇ ਇਸ ਤਰ੍ਹਾਂ ਦੀ ਇੱਕ ਗੁਫਾ ਲੱਭੀ, ਉੱਥੇ ਜਾ ਕੇ ਜਿਹੜਾ ਹੈ ਫਿਰ ਰਾਜਾ ਇਹ ਸੌਂ ਗਿਆ। ਮੁਚਕੰਦ ਰਿਸ਼ੀ ਜਿਸ ਦਾ ਨਾਂ ਸੀ, ਇਹ ਸੌਂ ਗਿਆ ਜਾ ਕੇ। ਜਦੋਂ ਜਰਾਸੰਧ ਨੇ ਜਿਹੜਾ ਦਵਾਰਕਾ 'ਤੇ ਹਮਲਾ ਕੀਤਾ, ਭਗਵਾਨ ਕ੍ਰਿਸ਼ਨ ਮਹਾਰਾਜ, ਜਰਾਸੰਧ ਮਾਰਿਆ ਗਿਆ, ਹੋਰ ਬਹੁਤ ਸਾਰੇ ਰਾਜੇ ਮਾਰੇ ਗਏ। ਫਿਰ ਇੱਕ ਹੰਕਾਰੀ ਕਾਲ ਜਮਨ ਨਾਂ ਦਾ ਜਿਹੜਾ ਰਾਜਾ ਸੀ, ਇਹਨੇ ਬੜੇ ਰਾਜੇ ਜਿੱਤ ਲਏ, ਬੜਾ ਬਾਹੂਬਲ, ਸ਼ਕਤੀ, ਤਾਕਤ। ਹੁਣ ਲੜਨ ਵਾਸਤੇ ਕੋਈ ਨਹੀਂ ਰਿਹਾ, ਸੂਰਮਾ ਹੁੰਦਾ ਵੀ ਕੋਈ ਲੜੇ, ਕੋਈ ਮੈਂ ਕੋਈ ਸ਼ਕਤੀ ਹੈ, ਤਾਕਤ ਹੈ, ਮੈਂ ਕੋਈ ਜੌਹਰ ਦਿਖਾਵਾਂ। ਫਿਰ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੀ ਉਸਤਤ ਸੁਣ ਕੇ ਆਵੇ, ਵੱਡੇ ਸੂਰਵੀਰ ਨੇ, ਯੋਧੇ ਨੇ, ਮੈਂ ਉਹਨਾਂ ਦੇ ਨਾਲ ਲੜਨਾ ਚਾਹੁੰਦਾ। ਪਰੰਤੂ ਇਸ ਨੇ ਬਾਹਰ ਲਏ ਸੀ, ਸਾਰੇ ਰਾਜੇ ਜਿੱਤ ਰਹੇ ਸੀ, ਬੜੀਆਂ ਫੌਜਾਂ ਲੈ ਕੇ ਆਇਆ। ਕ੍ਰਿਸ਼ਨ ਮਹਾਰਾਜ ਨੇ ਦੇਖਿਆ ਵੀ ਇਹਨੂੰ ਬਾਹਰ ਲਏ ਹੋਏ ਨੇ ਅਤੇ ਇਹ ਸ਼ਸਤਰ ਦੇ ਨਾਲ, ਅਸਤਰ ਦੇ ਨਾਲ ਜਿੱਤਿਆ ਨਹੀਂ ਜਾ ਸਕਦਾ। ਭਗਵਾਨ ਸਭ ਜਾਣਦੇ ਸੀ, ਅੰਤਰਜਾਮੀ ਸੀ। ਉਹਨਾਂ ਨੇ ਇੱਕ ਰਚਨਾ ਰਚੀ, ਇੱਕ ਖੇਡ ਰਚੀ। ਦਾਊ, ਬਲਰਾਮ ਜੀ ਅਤੇ ਹੋਰ ਸਾਰੇ ਮਾਤਾ ਪਿਤਾ, ਜੋ ਵੀ ਫੌਜਾਂ ਸਨ, ਸਾਰਿਆਂ ਨੂੰ ਕਿਹਾ। ਉਹਨਾਂ ਨੂੰ ਪਤਾ ਸੀ ਇਸ ਤਰ੍ਹਾਂ ਇਹ ਨੁਕਸਾਨ ਹੋਊਗਾ, ਅਤੇ ਇਸ ਨੂੰ ਖ਼ਤਮ ਕਰਨ ਦਾ ਢੰਗ ਤਰੀਕਾ, ਜਿਵੇਂ ਉਹਨਾਂ ਨੇ ਜਿਹੜੇ ਹਨ ਕੈਰਵਾਂ ਦਾ ਨਾਸ਼ ਢੰਗ ਤਰੀਕੇ ਦੇ ਨਾਲ ਕਰਾਇਆ, ਦੁਰਯੋਧਨ ਵਰਗਿਆਂ ਦਾ ਨਾਸ਼ ਕਰਾਇਆ। ਨਹੀਂ ਤਾਂ ਦੁਰਯੋਧਨ ਨੂੰ ਕਿਹੜਾ ਮਾਰਨਾ ਸੀ, ਉਹ ਵੀ ਭੀਮ ਨੂੰ ਦੱਸਿਆ ਕਿ ਇਸ ਤਰ੍ਹਾਂ ਇਹਦੀ ਜਗ੍ਹਾ ਜਿਹੜੀ ਹੈ ਸਰੀਰ ਦੀ ਕੱਚੀ ਰਹਿ ਗਈ ਤਾਂ ਮਰ ਸਕੇਗਾ। ਇਸੇ ਤਰ੍ਹਾਂ ਹੀ ਜਿਹੜਾ ਕਰਨ ਨੂੰ ਮਰਵਾਇਆ, ਦਰੋਣਾਚਾਰੀ ਨੂੰ ਮਰਵਾਇਆ, ਭੀਸ਼ਮ ਪਿਤਾਮਾ ਨੂੰ ਮਰਾਇਆ, ਜਿਹੜੇ ਬਾਧਕ ਬਣੇ ਹੋਏ ਸੀ ਧਰਮ ਦੇ ਵਿੱਚ। ਸੋ ਇਸ ਤਰ੍ਹਾਂ ਬਾਣੀ ਦੇ ਵਿੱਚ ਲਿਖਿਆ ਹੈ, ਰੋਵੈ ਭਾਂਡਵ ਭਏ ਮਜੂਰ ਜਿਨ ਕੇ ਸੁਆਮੀ ਰਹਿਤ ਹਦੂਰ। ਸੋ ਕਾਲ ਜਮਨ ਦਾ ਅੰਤ ਕਿਵੇਂ ਹੋਵੇਗਾ? ਸੋ ਸਾਰਿਆਂ ਨੂੰ ਵਿਸ਼ਵਾਸ ਦਵਾ ਕੇ, ਭਰੋਸਾ ਦਵਾ ਕੇ ਤੁਸੀਂ ਫਿਕਰ ਨਾ ਕਰੋ। ਅਤੇ ਦਾਊ ਬਲਰਾਮ ਜੀ ਕਹਿੰਦੇ ਨੇ ਮੈਂ ਤੁਹਾਨੂੰ ਇਕੱਲੇ ਨਹੀਂ ਜਾਣ ਦੇਵਾਂਗਾ, ਤੁਸੀਂ ਇਕੱਲੇ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ। ਉਹ ਕਹਿੰਦੇ ਤੁਸੀਂ ਵਿਸ਼ਵਾਸ ਰੱਖੋ, ਭਰੋਸਾ ਰੱਖੋ। ਅਤੇ ਐਡੀਆਂ ਵੱਡੀਆਂ ਫੌਜਾਂ ਖੜ੍ਹੀਆਂ ਨੇ, ਭਗਵਾਨ ਕ੍ਰਿਸ਼ਨ ਮਹਾਰਾਜ ਇਕੱਲੇ ਹੀ ਸਾਹਮਣੇ ਆਏ, ਉਹ ਵੀ ਬਿਨਾਂ ਕੋਈ ਸ਼ਸਤਰ ਨਹੀਂ ਲਿਆ। ਤਾਂ ਫਿਰ ਜਿਹੜਾ ਇਹ ਕਾਲ ਜਮਨ ਬੜਾ ਹੱਸਿਆ ਕਿ ਬੜਾ ਸੁਣਿਆ ਸੀ ਤੂੰ ਤਾਂ ਯੋਧਾ, ਬੜਾ ਸੂਰਵੀਰ ਹੈ, ਅਤੇ ਇਕੱਲਾ ਹੀ, ਫੌਜ ਕਿੱਥੇ ਹੈ? ਤਾਂ ਇਹਨਾਂ ਨੇ ਫਿਰ ਇੱਕ ਪ੍ਰਸਤਾਵ ਰੱਖਿਆ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਨੇ ਕਿ ਰਾਜਾ, ਪਹਿਲਾਂ ਤੁਸੀਂ ਉਸਤਤ ਕੀਤੀ, ਤੂੰ ਬੜਾ ਯੋਧਾ ਹੈ, ਬੜਾ ਸੂਰਵੀਰ ਹੈ। ਮਨ ਦੇ ਵਿੱਚ ਉਸਤਤ ਦੀ ਇੱਛਾ ਹਰ ਇੱਕ ਇਨਸਾਨ ਰੱਖਦਾ, ਯੋਧਾ ਵੀ ਰੱਖਦਾ, ਸੂਰਵੀਰ ਵੀ ਰੱਖਦਾ, ਮੇਰੀ ਕੋਈ ਬਾਹੂਬਲ ਦੀ ਪ੍ਰਸ਼ੰਸਾ ਕਰੇ। ਗੁਰੂ ਮਹਾਰਾਜ ਨੇ ਪ੍ਰਸ਼ੰਸਾ ਕੀਤੀ ਵੀ ਹੈ, ਚੰਡੀ ਦੀ ਵਾਰ 'ਚ ਕੀਤੀ ਹੈ। ਜੋ ਉਹਨਾਂ ਨੇ ਸੂਰਮਗਤੀ ਦਿਖਾਈ ਕਿਸੇ ਯੋਧੇ ਨੇ, ਭਾਵੇਂ ਰਾਖਸ਼, ਉਹਦੀ ਜਿਹੜੀ ਹੈ ਸਾਵਾਸ ਤੁਰੇ ਨਚਾਣ ਕੋ, ਉਹ ਤੁਰੇ ਕਮਾਲ ਦੇ ਘੋੜੇ ਨਚਾਉਂਦਾ ਤੂੰ। ਸੋ ਇਸ ਕਰਕੇ ਮਹਾਰਾਜ ਨੇ ਉਸਤਤ ਵੀ ਕੀਤੀ ਹੈ, ਗੁਰੂ ਜੀ ਨਿਰਵੈਰ ਨੇ। ਸੋ ਕਾਲ ਜਮਨ ਦੀ ਉਸਤਤ ਵੀ ਕੀਤੀ ਅਤੇ ਕਹਿਣਾ ਕੀਤਾ ਕਿ ਅਸੀਂ ਤੇਰੇ ਨਾਲ ਯੁੱਧ ਕਰਾਂਗੇ, ਪਰੰਤੂ ਫੌਜਾਂ ਮਰਵਾਉਣ ਦਾ ਕੀ ਫਾਇਦਾ ਹੈ? ਹੇ ਯੋਧਾ, ਜੇ ਆਪਾਂ ਦੋਵੇਂ ਜਣੇ ਆਪਣਾ ਇਸ ਦਾ ਫੈਸਲਾ ਕਰ ਲਈਏ। ਕਹਿੰਦੇ ਹਾਂ, ਇਹ ਵੀ ਗੱਲ ਠੀਕ ਹੈ। ਕਾਲ ਜਮਨ ਮੰਨ ਗਿਆ ਵੀ ਆਪਾਂ, ਤੁਹਾਡੀ ਫੌਜ ਵੀ ਜਿਹੜਾ ਇੰਟਰਫੇਅਰ ਨਾ ਕਰੇ, ਸਾਡੀ ਫੌਜ ਵੀ ਇੰਟਰਫੇਅਰ ਨਾ ਕਰੇ, ਅਤੇ ਆਪਾਂ ਨੇ ਜਿਹੜਾ ਦੋਵਾਂ ਨੇ ਹੀ ਯੁੱਧ ਕਰਨਾ ਹੈ। ਦੋਵੇਂ ਜਿਹੜਾ ਆਪਸ ਵਿੱਚ ਜਿਹੜਾ ਜਿੱਤ ਗਿਆ, ਜਿਹੜਾ ਹਾਰ ਗਿਆ। ਕਾਲ ਜਮਨ ਮੰਨ ਗਿਆ, ਉਹ ਉਹਨਾਂ ਦੀ ਖੇਡ ਨੂੰ ਸਮਝ ਨਾ ਸਕਿਆ। ਕਹਿੰਦੇ ਫਿਰ ਆਪਾਂ ਜੇ ਇੱਥੇ ਮੇਰਾ ਪਲੜਾ ਜਿਹੜਾ ਨੀਵਾਂ ਹੁੰਦਾ ਰਿਹਾ, ਮੇਰੀ ਫੌਜ ਹਮਲਾ ਕਰੇਗੀ, ਜੇ ਹੇ ਰਾਜਾ ਤੂੰ ਹਾਰਿਆ, ਤੇਰੀ ਫੌਜ 'ਤੇ ਸਾਨੂੰ ਭਰੋਸਾ ਨਹੀਂ, ਉਹ ਹਮਲਾ ਕਰ ਦੇਵੇਗੀ। ਇਹਨਾਂ ਫੌਜਾਂ ਨੂੰ ਦੋਵਾਂ ਨੂੰ ਛੱਡੋ, ਚਲੇ ਜਾਈਏ ਆਪਾਂ ਕਿਤੇ ਦੂਰ। ਕਹਿੰਦੇ ਹਾਂ ਠੀਕ ਹੈ। ਕਾਲ ਜਮਨ ਬੜਾ ਹੱਸਿਆ, ਬੜਾ ਖੁਸ਼ ਹੋਇਆ। ਫੌਜ ਨੂੰ ਸਾਰੇ ਸੈਨਾਪਤੀ ਨੂੰ ਕਹਿ ਤਾ ਵੀ ਇੱਥੇ ਹੀ ਫੌਜ ਨੂੰ ਰੱਖੋ, ਅਸੀਂ ਦੋਵੇਂ ਜਿਹੜਾ ਇਹਦਾ ਨਿਰਣਾ ਕਰਾਂਗੇ।
ਹੋਰ ਜਿਹੜਾ ਹੈਗਾ ਕਈ ਵਾਰੀ ਨਿਰਣੇ ਐਸੇ ਹੋਏ ਨੇ, ਦਸ਼ਮੇਸ਼ ਪਿਤਾ ਜੀਆਂ ਨੂੰ ਵੀ ਕਈਆਂ ਨੇ ਆ ਕੇ ਬੰਗਾਰਿਆ। ਦਸ਼ਮੇਸ਼ ਪਿਤਾ ਜੀ ਨੇ ਰੰਗਜੀਤ ਨੂੰ ਜ਼ਫਰਨਾਮੇ 'ਚ ਲਿਖਿਆ, ਰੰਗਜੀਤ ਕਿਉਂ ਫੌਜਾਂ ਮਰਵਾ ਰਿਹਾ, ਜੇ ਤੂੰ ਇੰਨਾ ਯੋਧਾ ਸੂਰਬੀਰ ਸਾਡੇ ਸਾਹਮਣੇ ਆ, ਤੂੰ ਸਾਡੇ ਨਾਲ ਯੁੱਧ ਕਰ, ਅਤੇ ਤੂੰ ਹੋਰ 25 ਸਵਾਰ ਨਾਲ ਲੈ ਲਈ, ਹੋਰ ਨਾਲ ਯੋਧੇ ਲੈ ਲਈ, ਅਸੀਂ ਇਕੱਲੇ ਆਵਾਂਗੇ, ਤੂੰ ਆਪਣਾ ਜਿਹੜਾ ਕਿੰਨੇ ਹੋਰ ਯੋਧੇ ਨਾਲ ਲੈ ਲਈ, ਜੇ ਤੂੰ ਆਪਣੇ ਆਪ ਨੂੰ ਸੂਰਬੀਰ ਅਖਵਾਉਂਦਾ। ਇਸ ਤਰ੍ਹਾਂ ਜਿਹੜਾ ਯੁੱਧਾਂ ਦੀ ਕਈ ਵਾਰੀ ਜੰਗਾਂ ਯੁੱਧਾਂ ਦੇ ਵਿੱਚ ਇਸ ਤਰ੍ਹਾਂ ਫੈਸਲੇ ਹੁੰਦੇ ਆਏ ਹਨ। ਕਿਉਂ ਫੌਜਾਂ ਮਰਵਾਉਣੀਆਂ ਨੇ? ਸੋ ਕਾਲ ਜਮਨ ਨੂੰ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਦੂਰ ਲੈ ਗਏ, ਜੰਗਲ ਦੇ ਵਿੱਚ ਲੈ ਗਏ, ਅੰਤਰਜਾਮੀ ਸੀ, ਜਾਣਦੇ ਸੀ, ਉਸ ਗੁਫਾ ਦੇ ਮੂੰਹ 'ਤੇ ਲੈ ਗਏ। ਹੁਣ ਉਹ ਸੋਚਦਾ ਵੀ ਤੂੰ ਤਾਂ ਦੌੜਦਾ, ਅੱਗੇ ਅੱਗੇ ਭਗਵਾਨ ਕ੍ਰਿਸ਼ਨ ਮਹਾਰਾਜ ਤੋਂ ਦੌੜਦੇ ਜਾ ਰਹੇ ਨੇ। ਇਹ ਕਹਿੰਦੇ ਤੂੰ ਜੰਗ ਨਹੀਂ ਕਰਦਾ, ਯੁੱਧ ਨਹੀਂ ਕਰਦਾ। ਉਹ ਕਹਿੰਦੇ ਅੱਗੇ ਆਓ, ਹੋਰ ਆਓ, ਅੱਗੇ ਚਲੋ। ਕਹਿੰਦੇ ਤੂੰ ਤਾਂ ਜਿਹੜਾ ਹੈ ਛੱਡ ਗਿਆ ਹੈ, ਰਣ ਛੋੜ ਕੇ ਭੱਜ ਗਿਆ। ਉਹ ਪਿੱਛੇ ਜਾਂਦਾ, ਆਖਰ ਉਸ ਗੁਫਾ ਦੇ ਉੱਤੇ ਮੂੰਹ ਦੇ ਉੱਤੇ ਪਹੁੰਚੇ। ਭਗਵਾਨ ਕ੍ਰਿਸ਼ਨ ਮਹਾਰਾਜ ਅੰਦਰ ਚਲੇ ਗਏ, ਪਿੱਛੇ ਉਹ ਜਾ ਗਿਆ, ਕਹਿੰਦਾ ਐ ਨਹੀਂ ਮੈਂ ਛੱਡਦਾ, ਹੰਕਾਰ ਹੈ ਉਸਨੂੰ, ਐਂ ਕਿਵੇਂ ਮੈਂ ਭੱਜਣ ਦੇ ਦੂੰਗਾ, ਹੁਣ ਕਿਵੇਂ ਭੱਜ ਜਾਏਗਾ। ਗੁਫਾ ਦੇ ਅੰਦਰ ਪ੍ਰਵੇਸ਼ ਹੋਇਆ, ਜਿੱਥੇ ਮੁਚਕੰਦ ਰਿਸ਼ੀ ਜੀ ਪਏ ਨੇ, ਅਤੇ ਉੱਪਰ ਘਾਹ ਉੱਗ ਚੁੱਕਿਆ, ਦਰਖਤ ਉੱਗ ਚੁੱਕੇ ਨੇ, ਝਾੜੀਆਂ ਉੱਗ ਚੁੱਕੀਆਂ ਨੇ, ਸਰੀਰ ਦੇ ਉੱਤੇ ਦੱਦੇ ਉੱਥੇ ਪਏ ਨੇ। ਉਹ ਦੇਖ ਕੇ ਭਗਵਾਨ ਕ੍ਰਿਸ਼ਨ ਮਹਾਰਾਜ ਜੀ ਨੇ ਆਪਣਾ ਪੀਲਾ ਵਸਤਰ ਪੀਤੰਬਰ ਜਿਹੜਾ ਉਸ ਦੇ ਉੱਤੇ ਪਾ ਦਿੱਤਾ ਹੈ। ਉਸ ਦੇ ਉੱਤੇ ਪਾ ਕੇ ਆਪ ਜਿਹੜਾ ਓਲੇ ਹੋ ਗਏ, ਸਾਈਡ 'ਤੇ ਹੋ ਗਏ। ਇਹਨਾਂ ਨੂੰ ਫਿਰ ਜਿਹੜਾ ਕਾਲ ਜਮਨ ਆਇਆ, ਕਾਲ ਜਮਨ ਨੇ ਹੰਕਾਰ ਦੇ ਵਿੱਚ ਆ ਕੇ ਹੱਸਿਆ, ਕਮਾਲ ਦਾ ਯੋਧਾ ਤੂੰ ਬਾਈ, ਹੈਂ ਜੰਗ ਯੁੱਧ ਦੇ ਸਮੇਂ ਦੇ ਵਿੱਚ ਸੁੱਤਾ ਪਿਆ, ਕੋਈ ਯੋਧਾ ਸੁੱਤਾ ਤਾਂ ਦੇਖਿਆ ਨਹੀਂ। ਜੰਗ ਦੇ ਸਮੇਂ ਮੌਤ ਦਾ ਡਰ ਭਲਾ, ਇੰਨਾ ਤੂੰ ਬੇਪਰਵਾਹ ਹੋ ਗਿਆ ਪਿਆ, ਯੁੱਧ ਕਰ ਯੁੱਧ। ਗੁੱਸੇ ਵਿੱਚ ਆ ਕੇ ਉਸਨੇ ਇਹ ਸਮਝ ਕੇ ਭਗਵਾਨ ਕ੍ਰਿਸ਼ਨ ਮਹਾਰਾਜ ਪਏ ਨੇ, ਲੱਤ ਮਾਰੀ ਜ਼ੋਰ ਦੇ ਨਾਲ। ਦੇਖਿਆ ਵੀ ਉੱਠਿਆ ਨਹੀਂ, ਫਿਰ ਲੱਤ ਮਾਰੀ, ਫਿਰ ਦੇਖਿਆ ਉੱਠਿਆ ਨਹੀਂ, ਫਿਰ ਲੱਤ ਮਾਰੀ, ਐਂ ਕਾਫੀ ਜ਼ੋਰ ਦੀਆਂ ਲੱਤਾਂ ਮਾਰੀਆਂ ਉਸਨੇ। ਫਿਰ ਜਿਹੜਾ ਇਹਦੀ ਨੀਂਦ ਟੁੱਟ ਗਈ ਮੁਚਕੰਦ ਰਿਸ਼ੀ ਦੀ। ਮੁਚਕੰਦ ਰਿਸ਼ੀ ਜੀ ਉੱਠੇ ਅਤੇ ਘਾਹ ਫੂਸ ਦੇ ਵਿੱਚ ਸਰੀਰ ਉਸੇ ਤਰ੍ਹਾਂ ਹੀ ਬਿਰਮੀਆਂ ਜੰਮੀਆਂ ਹੋਈਆਂ। ਫਿਰ ਆਪਣਾ ਜਿਹੜਾ ਜਦੋਂ ਇਹ ਬੜਾ ਹੈਰਾਨ ਹੋਇਆ ਵੀ ਇਹ ਕੀ, ਬਸਤਰ ਹਟਿਆ, ਸਾਹਮਣੇ ਦੇਖਿਆ। ਜਦੋਂ ਮੁਚਕੰਦ ਰਿਸ਼ੀ ਨੇ ਅੱਖਾਂ ਖੋਲ੍ਹੀਆਂ, ਦ੍ਰਿਸ਼ਟੀ ਪਈ ਤਾਂ ਕਾਲ ਜਮਨ ਸੜ ਕੇ ਸੁਆਹ ਹੋ ਗਿਆ। ਮਹਾਰਾਜ ਇੰਦਰ ਦੇ ਜਿਹੜੇ ਹਨ ਬਚਨ ਨੂੰ ਸੱਤ ਹੋ ਗਏ ਵੀ ਜਿਹੜਾ ਤੈਨੂੰ ਉਠਾਊਗਾ ਇਹ ਰਾਜਾ, ਉਹ ਸੜ ਕੇ ਸੁਆਹ ਹੋ ਜਾਊਗਾ। ਇਹਨਾਂ ਨੂੰ ਜਿਹੜਾ ਹੈ ਭਗਵਾਨ ਕ੍ਰਿਸ਼ਨ ਮਹਾਰਾਜ ਪ੍ਰਗਟ ਹੋ ਗਏ। ਭਗਵਾਨ ਕ੍ਰਿਸ਼ਨ ਮਹਾਰਾਜ ਨੂੰ ਕਹਿ ਰਹੇ ਨੇ ਮੁਚਕੰਦ ਰਿਸ਼ੀ ਵੀ ਆਪ ਕੌਣ ਹੋ? ਤੁਹਾਡਾ ਤੇਜ ਠੰਡਾ ਠਾਰ ਮੇਰੇ ਮਨ ਨੂੰ ਸ਼ਾਂਤੀ, ਠੰਡ ਪਾ ਰਿਹਾ ਹੈ। ਤੁਸੀਂ ਕੌਣ ਹੋ? ਤੁਸੀਂ ਰਾਜਾ ਹੋ, ਭਗਵਾਨ ਹੋ, ਸੂਰਮੇ ਹੋ, ਕੌਣ ਹੋ ਤੁਸੀਂ? ਮੈਨੂੰ ਆਪਣਾ ਪਰਿਚੈ ਦਿਓ। ਉਹਨਾਂ ਨੇ ਆਪਣਾ ਸਰੂਪ ਦਿਖਾਇਆ। ਮੁਚਕੰਦ ਰਿਸ਼ੀ ਨੇ ਬੇਨਤੀ ਕੀਤੀ, ਹੇ ਪ੍ਰਭੂ ਮੈਂ ਧੰਨ ਹੋ ਗਿਆ ਤੁਹਾਡੇ ਦਰਸ਼ਨ ਪਾ ਕੇ, ਪਰੰਤੂ ਇੱਕ ਬੇਨਤੀ ਹੈ ਮੇਰੇ ਮਨ ਦੇ ਵਿੱਚ ਵੀ ਜੋ ਇਹ ਰਾਜਾ ਮਾਰਿਆ ਗਿਆ ਕਾਲ, ਮੇਰਾ ਤਾਂ ਇਹਦੇ ਨਾਲ ਕੋਈ ਵਿਰੋਧ ਹੀ ਨਹੀਂ ਸੀ ਹੈ, ਜੰਗ ਤਾਂ ਤੁਹਾਡੇ ਨਾਲ ਸੀ, ਇਹ ਤੁਸੀਂ ਮੇਰੇ ਹੱਥੋਂ ਇਸ ਨੂੰ ਕਿਉਂ ਮਰਵਾ ਦਿੱਤਾ ਹੈ? ਇਹ ਮੈਨੂੰ ਕੀ ਪਾਪ ਨਹੀਂ ਲੱਗੇਗਾ? ਤਾਂ ਫਿਰ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਕਿਹਾ ਕਿ ਇਹਦੀ ਮੌਤ ਇਸ ਤਰ੍ਹਾਂ ਹੀ ਸੰਭਵ ਸੀ, ਹੋਰ ਸ਼ਸਤਰ ਅਸਤਰ ਦੇ ਨਾਲ ਮਰ ਨਹੀਂ ਸੀ ਸਕਦਾ, ਇਸ ਢੰਗ ਤਰੀਕੇ ਦੇ ਨਾਲ ਅਸੀਂ ਇਸ ਨੂੰ ਮਾਰਿਆ ਹੈ। ਇਹ ਮਹਾਰਾਜ ਫਿਰ ਇਸ ਤਰ੍ਹਾਂ ਸੜ ਗਏ ਤਾਂ ਇਹ ਤਾਂ ਅਧੋਗਤੀ ਹੋ ਗਈ ਇਸ ਦੀ, ਇਸ ਦਾ ਫਿਰ ਭਲਾ ਮਹਾਰਾਜ ਸਾਡੇ ਤੋਂ ਕਿਉਂ ਪਾਪ ਕਰਵਾ ਦਿੱਤਾ ਹੈ? ਮੁਚਕੰਦ ਰਿਸ਼ੀ ਨੂੰ ਕਿਹਾ ਤੁਹਾਡੀ ਜੋ ਵੀ ਇੱਛਾ ਤੁਸੀਂ ਮੰਗ ਲਓ, ਜੋ ਵੀ ਤੁਹਾਡੀ ਮਨ ਦੀ ਇੱਛਾ ਸੋ ਮੰਗੋ, ਅਤੇ ਜੇ ਤੁਸੀਂ ਮੁਕਤੀ ਚਾਹੋ ਤਾਂ ਮੁਕਤੀ ਮੰਗੋ, ਸਵਰਗ ਦਾ ਰਾਜ ਚਾਹੇ ਤਾਂ ਸਵਰਗ ਦਾ ਰਾਜ ਮੰਗ ਲਓ, ਜੋ ਕੁਛ ਮੰਗੋ ਤੁਸੀਂ ਮੰਗ ਸਕਦੇ ਹੋ। ਭਗਵਾਨ ਕੁਛ ਵੀ ਦੇ ਸਕਦੇ ਨੇ, ਸਮਰੱਥ ਨੇ। ਅਤੇ ਕਾਲ ਜਮਨ ਵਾਸਤੇ ਬਚਨ ਕੀਤਾ ਭਗਵਾਨ ਕ੍ਰਿਸ਼ਨ ਮਹਾਰਾਜ ਨੇ ਕਿ ਦੁਆਪਰ ਯੁੱਗ ਤੋਂ ਬਾਅਦ ਜਦੋਂ ਕਲਯੁੱਗ ਆਵੇਗਾ ਤਾਂ ਗੁਰੂ ਨਾਨਕ ਅਵਤਾਰ ਹੋਣਗੇ। ਜਦੋਂ 6ਵਾਂ ਜਾਮਾ ਧਾਰਨ ਕਰਨਗੇ, 6ਵਾਂ ਜਾਮਾ ਫਿਰ ਉਹ ਧਰਮ ਦੀ ਰੱਖਿਆ ਵਾਸਤੇ ਸ਼ਸਤਰ ਧਾਰਨ ਕਰਨਗੇ, ਜੰਗ ਯੁੱਧ ਕਰਨਗੇ, ਸ਼ਸਤਰ ਉਠਾਉਣਗੇ। ਉਸ ਸਮੇਂ ਜਿਹੜਾ ਇਹ ਕਾਲ ਜਮਨ ਉਦੋਂ ਗਤੀ ਦੇ ਵਿੱਚ ਪੈ ਗਿਆ, ਇਹ ਉਦੋਂ ਫਿਰ ਉਹ ਜਿਹੜਾ ਹੈ ਆਪ ਸ਼ਸਤਰ ਦੇ ਨਾਲ ਇਸ ਦਾ ਭਲਾ ਕਰ ਦੇਣਗੇ, ਉਧਾਰ ਕਰ ਦੇਣਗੇ। ਤੂੰ ਇਸ ਵਾਸਤੇ ਬੇਫਿਕਰ ਹੋ ਜਾ, ਤੁਸੀਂ ਜਾਓ ਪੁਰਾਣੇ ਜਿਹੜਾ ਵਣ ਵਿੱਚ ਚਲੇ ਜਾਓ, ਪਰਬਤ 'ਤੇ ਚਲੇ ਜਾਓ, ਉੱਥੇ ਜੇ ਆਪਣਾ ਕੁਛ ਸਮਾਂ ਜੀਵਨ ਮੁਕਤੀ ਦਾ ਆਨੰਦ ਲਓ, ਉਹ ਤੋਂ ਬਾਅਦ ਫਿਰ ਜਿਹੜਾ ਹੈ ਵੈਕੁੰਠਾਂ ਨੂੰ ਚਲੇ ਜਾਓ।
ਸੋ ਛੇਵੇਂ ਪਾਤਸ਼ਾਹ ਹੋਏ। ਛੇਵੇਂ ਪਾਤਸ਼ਾਹ ਨੇ ਫਿਰ ਅਕਾਲ ਤਖ਼ਤ ਸਾਹਿਬ ਦੀ ਰਚਨਾ, ਸ਼ਸਤਰ ਧਾਰਨ ਕੀਤੇ। ਜਦੋਂ ਫਿਰ ਬਾਦਸ਼ਾਹ ਜਹਾਂਗੀਰ ਦੇ ਨਾਲ ਗੁਰੂ ਮਹਾਰਾਜ ਆਗਰੇ ਗਏ ਨੇ, ਉੱਥੇ ਇੱਕ ਵੱਡਾ ਸ਼ੇਰ ਕਿਸੇ ਤੋਂ ਨਹੀਂ ਸੀ ਮਰਦਾ। ਬੜੇ ਭੈਭੀਤ ਹੋਏ ਨੇ, ਵੱਡੇ ਵੱਡੇ ਸੂਰਮਿਆਂ ਨੇ ਮਾਰਨ ਦੀ ਕੋਸ਼ਿਸ਼ ਕੀਤੀ। ਗੁਰੂ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਇੱਥੇ ਇੱਕ ਬੜਾ ਖੂੰਖਾਰ ਨਰਪਖਸ਼ੀ ਸ਼ੇਰ ਹੈ। ਬਾਦਸ਼ਾਹ ਜਹਾਂਗੀਰ ਵੀ ਗਿਆ ਅਤੇ ਬੜੇ ਬੜੇ ਸੂਰਮੇ ਡਰ ਗਏ। ਹਾਥੀ ਘੋੜੇ ਪਿਸ਼ਾਬ ਕਰਨ ਲੱਗੇ, ਡਰ ਕੇ ਚੀਕਾਂ ਮਾਰਨ ਲੱਗੇ। ਬਾਦਸ਼ਾਹ ਜਹਾਂਗੀਰ ਦੇ ਸੂਰਮੇ ਵੀ ਡਰ ਗਏ। ਗੁਰੂ ਜੀ ਨੂੰ ਬੇਨਤੀ ਕੀਤੀ ਸਾਰੇ ਨੇ, ਮਹਾਰਾਜ ਤੁਸੀਂ ਕਿਰਪਾ ਕਰੋ। ਗੁਰੂ ਮਹਾਰਾਜ ਚੜ੍ਹਦੀ ਜਵਾਨੀ ਛੇਵੇਂ ਪਾਤਸ਼ਾਹ ਢਾਲ ਤਲਵਾਰ ਲੈ ਕੇ ਅੱਗੇ ਹੋਏ ਅਤੇ ਸ਼ੇਰ ਨੂੰ ਮਗਾਰਿਆ। ਪਹਿਲਾਂ ਤਾਂ ਉਹਨੇ ਪੂੰਛ ਹਿਲਾਈ, ਸਿਰੇ ਹੀ ਨਵਾਇਆ, ਪਰੰਤੂ ਗੁਰੂ ਮਹਾਰਾਜ ਨੇ ਉਹਦੀ ਅਣਖ ਨੂੰ ਮੰਗਾਰਿਆ। ਸ਼ੇਰ ਹੈ, ਗਿੱਦੜ ਨਾ ਬਣ, ਗੀਦੀ ਨਾ ਬਣ, ਬਾਹਰ ਕਰ ਆਪਣਾ। ਅਤੇ ਫਿਰ ਉਸ ਨੇ ਬਾਹਰ ਕੀਤਾ। ਗੁਰੂ ਮਹਾਰਾਜ ਜੀ ਨੇ ਢਾਲ ਦੇ ਉੱਤੇ ਰੋਕ ਕੇ ਜਿਹੜਾ ਉਸਦਾ ਪੇਟ ਚਾਕ ਕਰ ਦਿੱਤਾ। ਉਹਦੀ ਜੋ ਰੂਹ, ਕਾਲ ਜੰਮਣ ਦੀ ਰੂਹ ਨਿਕਲੀ, ਜਿਵੇਂ ਜੈਦਰਥ ਜਿਹੜਾ ਦੁਆਪਰ ਯੁੱਗ ਦਾ ਭਟਕਦਾ ਹੋਇਆ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਭੰਗਾਣੀ ਸਾਹਿਬ ਯੁੱਧ, ਪਟਨਾ ਸਾਹਿਬ, ਉੱਥੇ ਨੇੜੇ ਸ਼ੇਰਗਾਹ ਜਿੱਥੇ ਗੁਰਦੁਆਰਾ ਸਾਹਿਬ, ਉੱਥੇ ਉਸ ਦਾ ਉਧਾਰ ਕੀਤਾ ਸੀ। ਜੈਦਰਥ ਜਿਹੜਾ ਅਭਿਮਨਿਊ ਨੂੰ ਮਾਰਨ ਵਾਸਤੇ ਪਾਂਡਵਾਂ ਦੇ ਪੁੱਤਰ ਨੂੰ ਜ਼ਿੰਮੇਵਾਰ ਸੀ, ਅਰਜਨ ਨੇ ਮਾਰਿਆ ਸੀਗਾ। ਇਹਦੇ ਸਿਰ ਨੂੰ ਕੱਟ ਦਿੱਤਾ ਸੀ, ਸਿਰ ਕੱਟ ਕੇ ਉਹਦੇ ਪਿਤਾ ਦੀ ਗੋਦ ਵਿੱਚ ਸੱਟਿਆ। ਸੋ ਇਸ ਕਰਕੇ ਇਸ ਤਰ੍ਹਾਂ ਗੁਰੂ ਮਹਾਰਾਜ ਜੰਗ ਯੁੱਧ ਸ਼ਸਤਰ ਦੇ ਨਾਲ ਵੀ ਮੁਕਤੀ ਦਿੰਦੇ ਨੇ, ਭਲਾ ਹੀ ਕਰਦੇ ਨੇ, ਸੰਸ਼ੇ ਵਿੱਚ ਨਹੀਂ ਪੈਣਾ ਚਾਹੀਦਾ। ਸੋ ਛੇਵੇਂ ਪਾਤਸ਼ਾਹ ਜੀ ਨੇ ਫਿਰ ਉਸ ਕਾਲ ਜਮਨ ਦਾ ਉਧਾਰ ਕੀਤਾ ਜੋ ਕ੍ਰਿਸ਼ਨ ਮਹਾਰਾਜ ਨੇ ਕਿਹਾ ਸੀ। ਇਹਦਾ ਉਧਾਰ ਜਿਹੜਾ ਹੈ ਛੇਵੇਂ ਜਾਮੇ ਦੇ ਵਿੱਚ ਕਰਨਗੇ। ਸੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ। ਸੋ ਸੰਸਾਰ ਦੇ ਵਿੱਚ ਰਾਮ ਚਲੇ ਗਏ ਐਡੇ ਪਰਿਵਾਰ ਵਾਲੇ, ਅਤੇ ਰਾਵਣ ਵੀ ਚਲੇ ਗਏ ਐਡੇ ਪਰਿਵਾਰ ਵਾਲਾ। ਮੁੱਚ ਕੰਧ ਰਿਖੀ ਦੀ ਫਿਰ ਇਹ ਉਦਾਹਰਨ ਬਈ ਸੰਸਾਰ ਦੇ ਸਭ ਨਾਸਵਾਨ ਹਨ, ਜਗ ਰਚਨਾ ਸਭ ਝੂਠ ਹੈ। ਰਾਜੇ ਇੰਦਰ ਨੇ ਕਿਹਾ ਸੀ ਤੇਰੀਆਂ ਤਾਂ ਕੋਲਾਂ ਦੀ ਕੋਲਾਂ ਖਬਰੇ ਕਿੱਥੇ ਚਲੇ ਗਏ। ਇਹ ਸੰਸਾਰ ਦੀ ਜਿਹੜੀ ਆ ਅਸਲੀਅਤ ਹੈ, ਸੱਚਾਈ ਹੈ, ਜਿਸ ਜਗਤ ਦੇ ਨਾਲ ਅਸੀਂ ਪਿਆਰ ਪਾਇਆ ਹੈ। ਸੋ ਗੁਰੂ ਮਹਾਰਾਜ ਇਸ ਸੰਸਾਰ ਦੀ ਨਾਸਵਾਨਤਾ ਦਰਸਾ ਕੇ ਮੋਹ ਨੂੰ ਦੂਰ ਕਰਦੇ ਹਨ, ਉਪਦੇਸ਼ ਦਿੰਦੇ ਹਨ। ਰਾਮ ਗਿਓ ਰਾਵਣ ਗਿਓ ਜਾਗੋ ਬਹੁ ਪਰਿਵਾਰ। ਹੇ ਮਾਤਾ, ਹੇ ਗੁਰਸਿੱਖ ਸੰਗਤੋਂ, ਸੰਸਾਰ ਦੇ ਉੱਤੇ ਰਾਮ ਵੀ ਚਲੇ ਗਏ ਐਡੇ ਐਸ਼ਵਰਜ ਵਾਲੇ, ਅਤੇ ਆਪਣਾ ਲੰਕਾ ਨੂੰ ਜਿੱਤਣ ਵਾਲੇ, ਰਾਵਣ ਨੂੰ ਮਾਰਨ ਵਾਲੇ। ਅਤੇ ਰਾਵਣ ਵੀ ਜਿਹੜਾ ਹੈ ਇੰਨਾ ਲੱਖਾਂ ਪੁੱਤਰ ਸੀ, ਜਿਸ ਦੇ ਐਡੀ ਸੈਨਾ ਸੀ, ਚਤਰੰਗੀ ਸੈਨਾ, ਐਡਾ ਪਰਿਵਾਰ ਸੀ, ਉਹ ਵੀ ਦੁਨੀਆ 'ਤੇ ਨਹੀਂ ਰਹੇ। ਰਾਮ ਗਿਓ ਰਾਵਣ ਗਿਓ ਜਾ ਕੋ ਬਹੁ ਪਰਿਵਾਰ। ਕਹੋ ਨਾਨਕ ਥਿਰ ਕਛ ਨਹੀਂ ਸੁਪਨੇ ਜੋ ਸੰਸਾਰ। ਇਸ ਸੰਸਾਰ ਦੇ ਵਿੱਚ ਕੁਛ ਵੀ ਥਿਰ ਨਹੀਂ ਹੈ, ਇਹ ਸੁਪਨੇ ਦੇ ਸਮਾਨ ਹੈ। ਇਹ ਨਾਸਵਾਨ ਹੈ, ਜੋ ਅੱਜ ਆਓ ਕੱਲ੍ਹ ਨਹੀਂ ਰਹੇਗਾ। ਜੋ ਸਰੀਰ ਦਿਸ ਰਿਹਾ ਸਾਡਾ ਸਰੀਰ ਵੀ ਨਹੀਂ ਰਹੇਗਾ। ਜਿੱਥੇ ਅਸੀਂ ਬੈਠੇ ਹਾਂ ਪਤਾ ਨਹੀਂ ਕਿੰਨੇ ਕੁ ਬੈਠ ਗਏ, ਕਿੰਨੇ ਕੁ ਚਲੇ ਗਏ। ਜਦੋਂ ਕਹਿੰਦੇ ਇਨਸਾਨ ਤੁਰਦਾ, ਇੱਕ ਜਿਹੜਾ ਕਦਮ ਜਿਹੜਾ ਹੈ ਮੰਤਰੀ ਵਜ਼ੀਰ ਦੀ ਛਾਤੀ 'ਤੇ ਹੁੰਦਾ, ਇੱਕ ਜਿਹੜਾ ਹੈ ਰਾਜੇ ਦੀ ਜਿਹੜਾ ਆਪਣਾ ਛਾਤੀ 'ਤੇ ਹੁੰਦਾ ਹੈ। ਜਦੋਂ ਆਪਣਾ ਮਹਾਭਾਰਤ ਦੇ ਯੁੱਧ ਦੇ ਵਿੱਚ ਜਦੋਂ ਇਹ ਮਾਰਿਆ ਗਿਆ ਸੀਗਾ ਕਰਨ, ਤਾਂ ਇਸ ਨੇ ਭਗਵਾਨ ਕ੍ਰਿਸ਼ਨ ਮਹਾਰਾਜ ਖੁਸ਼ ਹੋਏ। ਤਾਂ ਇਸ ਨੂੰ ਫਿਰ ਜਿਹੜਾ ਕਿਹਾ ਕਿ ਜਿਹੜਾ ਇਹਦਾ ਸੰਸਕਾਰ ਵੀ ਤੇਰੀ ਕੀ ਇੱਛਾ ਹੈ, ਮੇਰਾ ਸੰਸਕਾਰ ਕਹਿੰਦਾ ਉੱਥੇ ਕਰਿਓ ਜਿੱਥੇ ਆਪਣਾ ਜਿਹੜਾ ਕੋਈ ਨਾ ਮਰਿਆ ਹੋਵੇ। ਅਤੇ ਮੈਂ ਜਿਹੜਾ ਹੈ ਦਾਨ ਹੀ ਕੀਤਾ ਹੈ, ਮੈਂ ਕਿ ਦਾਨ ਲੈਣਾ ਨਹੀਂ ਚਾਹੁੰਦਾ, ਮਹਾਦਾਨੀ ਅਖਵਾਇਆ। ਸੋ ਉਹੀ ਇਹੋ ਜਿਹੀ ਜਗ੍ਹਾ ਹੀ ਨਹੀਂ ਜਿੱਥੇ ਕੋਈ ਨਾ ਮਰਿਆ ਹੋਵੇ, ਕਿਸੇ ਦਾ ਸੰਸਕਾਰ ਨਹੀਂ। ਭਗਵਾਨ ਕ੍ਰਿਸ਼ਨ ਮਹਾਰਾਜ ਨੇ ਆਪਣੀ ਤਰਜਨੀ ਉਂਗਲ ਨੂੰ ਜਿਹੜਾ ਹੈ ਵਿਰਾਟ ਰੂਪ ਦੇ ਕੇ ਕਹਿੰਦੇ ਵੀ ਉਹਦਾ ਸੰਸਕਾਰ ਕੀਤਾ ਸੀਗਾ, ਬਈ ਇਹੋ ਜਿਹੀ ਕੋਈ ਜਗ੍ਹਾ ਹੀ ਨਹੀਂ ਸੀ ਮਿਲੀ। ਸੋ ਇਸ ਕਰਕੇ ਗੁਰਦੇਵ ਇਸੇ ਤਰ੍ਹਾਂ ਹੀ ਸੰਸਾਰ ਦੀ ਨਾਸਵਾਨਤਾ ਦਰਸਾਉਂਦੇ ਨੇ। ਇਹ ਭਾਈ, ਇਹ ਦੁਨੀਆ ਦੇ ਵਿੱਚ ਮਨ ਨਾ ਲਾ ਕੇ ਬੈਠੋ। ਕਹੋ ਨਾਨਕ ਥਿਰ ਕਛ ਨਹੀਂ, ਕੁਛ ਵੀ ਥਿਰ ਨਹੀਂ ਹੈ ਪਰਮਾਤਮਾ ਤੋਂ ਬਿਨਾਂ। ਸੁਪਨੇ ਜੋ ਸੰਸਾਰ ਸੁਪਨੇ ਦੇ ਸਮਾਨ ਸੰਸਾਰ ਹੈ, ਅਤੇ ਜਦੋਂ ਸੁਪਨਾ ਟੁੱਟਦਾ ਹੈ ਸਭ ਨਾਸਵਾਨ ਦਿਸਦਾ। ਇਸੇ ਤਰ੍ਹਾਂ ਜਦੋਂ ਮੌਤ ਰੂਪੀ ਸੁਪਨਾ ਜਦੋਂ ਆਪਣਾ ਜਿਹੜਾ ਹੈ ਕਿ ਮੌਤ ਆਉਂਦੀ ਹੈ, ਇਹ ਸੰਸਾਰ ਰੂਪੀ ਸੁਪਨਾ ਟੁੱਟ ਜਾਂਦਾ। ਫਿਰ ਇਨਸਾਨ ਨੂੰ ਦਿਖਦਾ ਵੀ ਮੈਂ ਜਿਸ ਕੰਮ ਵਾਸਤੇ ਆਇਆ ਸੀ ਉਹ ਤਾਂ ਕੀਤਾ ਹੀ ਨਹੀਂ ਹੈ, ਇਹ ਸੁਪਨਾ ਤਾਂ ਟੁੱਟ ਗਿਆ। ਕਿਉਂਕਿ ਸੁਪਨਾ ਜਦੋਂ ਜਾਗ ਆਉਂਦੀ ਹੈ ਸੁਪਨਾ ਟੁੱਟ ਜਾਂਦਾ ਹੈ। ਇਹ ਸੁਪਨਾ ਕਦੋਂ ਟੁੱਟੇਗਾ? ਜਦੋਂ ਆਪਣਾ ਆ ਕੇ ਮੌਤ ਦਾ ਸਮਾਂ ਆਉਣਾ, ਕਾਲ ਨੇ ਆਉਣਾ ਵੀ ਚੱਲ ਤਿਆਰੀ ਕਰ, ਉਦੋਂ ਫਿਰ ਇਹ ਸੁਪਨਾ ਟੁੱਟ ਜਾਂਦਾ ਵੀ ਸਾਰਾ ਕੁਝ ਝੂਠਾ ਹੀ ਸੀ, ਮੈਂ ਇਹਦੇ ਵਿੱਚ ਫਸਿਆ ਰਿਹਾ, ਆਪਣੇ ਜੀਵਨ ਦੇ ਉਦੇਸ਼ ਨੂੰ ਭੁੱਲ ਗਿਆ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਯਾਦ ਕਰਵਾ ਰਹੇ ਨੇ ਸੰਸਾਰ ਦੀ ਨਾਸਵਾਨਤਾ। ਭਾਈ, ਇਹਦੇ ਵਿੱਚ ਸਭ ਸੁਪਨ ਦੇ ਸਮਾਨ ਹੈ, ਕੁਛ ਵੀ ਥਿਰ ਨਹੀਂ ਹੈ। ਸੋ ਆਓ ਹੈ ਭਾਈ, ਗੁਰੂ ਮਹਾਰਾਜ ਜੀ ਦੇ ਇਸ ਬੈਰਾਗਮਈ ਸ਼ਲੋਕ, ਬੈਰਾਗਮਈ ਬਾਣੀ 'ਤੇ ਅਮਲ ਕਰੀਏ, ਪਰਮਾਤਮਾ ਦੀ ਭਗਤੀ ਕਰੀਏ, ਪਰਮਾਤਮਾ ਨਾਲ ਜੁੜੀਏ, ਪਰਮਾਤਮਾ ਦਾ ਨਾਮ ਜਪੀਏ। ਝੂਠੇ ਸੰਸਾਰ ਦੇ ਵਿੱਚ ਫਸ ਕੇ ਆਪਣੇ ਜੀਵਨ ਦੇ ਉਦੇਸ਼ ਨੂੰ ਨਾ ਭੁੱਲੀਏ।
ਭਗਤੀ ਨਾ ਛੱਡੀਏ, ਪਰਮਾਤਮਾ ਦੇ ਨਾਮ ਨੂੰ ਨਾ ਭੁਲਾਈਏ, ਗੁਰੂ ਨੂੰ ਨਾ ਭੁਲਾਈਏ। ਸੋ ਇਸ ਕਰਕੇ ਸੰਸਾਰ ਦੇ ਵਿੱਚ ਆਪਣੀਆਂ ਡਿਊਟੀਆਂ ਕਰੀਏ, ਫਰਜ਼ ਨਿਭਾਈਏ, ਪਰੰਤੂ ਪਰਮਾਤਮਾ ਦੀ ਭਗਤੀ ਵਾਸਤੇ ਜਿਹੜਾ ਜਨਮ ਮਿਲਿਆ ਹੈ, ਨਾਮ ਜਪਣ ਵਾਸਤੇ ਜੀਵਨ ਮਿਲਿਆ, ਹਰੀ ਦਾ ਜਸ ਕਰੀਏ, ਭਜਨ ਕਰੀਏ, ਆਪਣਾ ਲੋਕ ਪਰਲੋਕ ਸਵਾਰੀਏ, ਪਰਮਾਤਮਾ ਦਾ ਭਜਨ ਕਰਕੇ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ, ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। हे अच्युत हे पार ब्रह्म अविनाशी अगनाश, हे पूरन हे सर्व में दुख भंजन गुणतास, हे संगी हे निरंकार, हे निर्गुण सब टेक, हे गोविंद हे गुण निधान, जाके सदा विवेक, हे अपरंपर हर हरे, है पीओ अनहार, हे संता के सदा संग निधारा आधार, हे ठाकुर दास रो मैं निर्गुण गुण नहीं कोई, नानक दीजै नाम दान, राखो ही परोए। आए प्रभु शरणागति कृपा निध दयाल, एक अखर हर मन बसत, नानक होत निहाल। वाहिगुरु नाम जहाज है, चढ़े सो उतरे पार, जो शरदा कर सेवदे, गुरु पार उतारन हार। वाहिगुरु जी का खालसा, वाहिगुरु जी की फतेह।